Yes, sir, your voice is audible. Okay. Good evening, students. ਤਾਂ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਤੁਹਾਡਾ ਸੈਕੰਡ ਪੇਪਰ ਦੀ ਤਿਆਰੀ ਵਾਸਤੇ ਸੈਸ਼ਨ। ਉਹਦੇ ਵਾਸਤੇ ਤੁਹਾਨੂੰ WhatsApp ਦੇ ਥਰੂ ਇੱਕ ਪੇਜ ਮਿਲ ਚੁੱਕਾ ਹੋਏਗਾ। DEC2 ਚੈਪਟਰ 1 ਦਾ ਕੁਐਸਚਨ 1 ਸੀ। ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇਸ ਜਿਹੜਾ ਆਪਣਾ ਸੈਸ਼ਨ ਹੋਏਗਾ ਸੈਕੰਡ DEC2 ਜਿਹੜਾ ਚੈਪਟਰ ਹੈ ਉਹਨਾਂ ਦੇ ਬਾਰੇ ਦੇ ਵਿੱਚ। ਤਾਂ ਇਸ ਸੈਸ਼ਨ ਦੇ ਵਿੱਚ ਜਾਂ ਇਸ ਜਿਹੜਾ ਸੈਗਮੈਂਟ ਹੈਗਾ ਦੂਸਰਾ ਪੇਪਰ ਹੈਗਾ ਉਹਦੇ 'ਚ ਹੈ ਕੀ ਕੁਛ, ਕਾਹਦੇ ਬਾਰੇ ਗੱਲਬਾਤ ਕਰਨੀ ਹੈ ਅਸੀਂ, ਜਾਂ ਪੇਪਰ ਦੇ ਵਿੱਚ ਕਿਸ ਚੀਜ਼ ਬਾਰੇ ਕੁਐਸਚਨ ਆਉਣਗੇ। ਉਹ ਮੇਨ ਹੈ ਤੁਹਾਡਾ ਨਿਊਟ੍ਰੀਸ਼ਨ ਦੇ ਨਾਲ ਸੰਬੰਧਿਤ। ਇਹ ਸਾਰਾ ਜਿਹੜਾ ਸੈਸ਼ਨ ਹੈਗਾ, ਸਾਰਾ ਪੇਪਰ ਜਿਹੜਾ ਹੈਗਾ ਨਿਊਟ੍ਰੀਸ਼ਨ ਦੇ ਨਾਲ ਸੰਬੰਧਿਤ ਹੋਏਗਾ। ਤਾਂ ਆਪਦਾ ਦਿਮਾਗ ਅਸੀਂ ਪਹਿਲਾਂ ਹੀ ਉਸ ਹਿਸਾਬ ਨਾਲ ਪ੍ਰਪੇਅਰ ਕਰੀਏ ਵੀ ਸਾਡੇ ਦਿਮਾਗ 'ਚ ਇਹ ਚੀਜ਼ ਰਵੇ ਕਿ ਹਾਂ ਅਸੀਂ ਸੈਸ਼ਨ ਜਿਹੜਾ ਕਰ ਰਹੇ ਹਾਂ ਸੈਕਿੰਡ ਜਿਹੜੇ ਅਸੀਂ ਬੁੱਕ ਜਿਹੜੀ ਸਟਾਰਟ ਕੀਤੀ ਆ ਉਹਦੇ ਵਿੱਚ ਹੈ ਕੀ ਕੁਛ। ਨਿਊਟ੍ਰੀਸ਼ਨ ਨਾਲ ਸੰਬੰਧਿਤ ਹੈ, ਪੋਸ਼ਣ ਦੇ ਨਾਲ ਸੰਬੰਧਿਤ ਹੈ। ਪੋਸ਼ਣ ਕਿੱਥੋਂ ਆਏਗਾ? ਭੋਜਨ ਤੋਂ ਆਏਗਾ। ਤਾਂ ਭੋਜਨ ਨਾਲ ਸੰਬੰਧਿਤ ਹੈ। ਭੋਜਨ ਪੋਸ਼ਣ ਕਿਵੇਂ ਦਿੰਦਾ ਹੈ? ਭੋਜਨ ਸਾਡੇ ਸਰੀਰ 'ਚ ਪਚ ਕੇ ਸਾਨੂੰ ਪੋਸ਼ਣ ਦਿੰਦਾ ਹੈ। ਤਾਂ ਪਾਚਨ ਨਾਲ ਸੰਬੰਧਿਤ ਇਹਦੇ ਵਿੱਚ ਜਿਹੜਾ ਪਾਚਨ ਕਿਰਿਆ ਹੈ ਉਹਦੇ ਬਾਰੇ ਸਾਰੀ ਡਿਸਕਸ਼ਨ ਹੋਏਗੀ। ਤਾਂ ਇਹ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਅਸੀਂ ਜਦੋਂ ਇਹਨੂੰ ਅਲੱਗ-ਅਲੱਗ ਕਰਕੇ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਕਨਫਿਊਜ਼ ਹੋ ਜਾਂਦੇ ਹਾਂ। ਤਾਂ ਮੋਟੇ ਤੌਰ ਤੇ ਅਸੀਂ ਸਮਝਾਂਗੇ ਕਿ ਹਾਂ ਇਹਦੇ 'ਚ ਕੀ ਕੁਛ ਆ ਸਕਦਾ ਹੈ, ਕਿਸ ਚੀਜ਼ ਨਾਲ ਸੰਬੰਧਿਤ ਸਾਨੂੰ ਪ੍ਰਸ਼ਨ ਮਿਲ ਸਕਦੇ ਨੇ, ਕਿਸ ਤਰ੍ਹਾਂ ਦਾ ਪ੍ਰਸ਼ਨ ਮਿਲ ਸਕਦਾ ਹੈ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲੇ ਹੈ ਫੂਡ, ਭੋਜਨ। ਪਹਿਲੀ ਗੱਲ ਤਾਂ ਇਹ ਕਿ ਭੋਜਨ ਹੁੰਦਾ ਕੀ ਹੈ, ਭੋਜਨ ਦੇ ਕੰਮ ਕੀ ਨੇ, ਭੋਜਨ ਦੇ ਤੱਤ ਕਿਹੜੇ ਕਿਹੜੇ ਹੁੰਦੇ ਨੇ, ਉਹਨਾਂ ਦੇ ਬਾਰੇ ਡਿਸਕਸ਼ਨ ਹੋਏਗੀ। ਭੋਜਨ ਦਾ ਮਤਲਬ ਕੀ ਹੈ ਕਿ ਦੇਖੋ ਜਿਸ ਤਰ੍ਹਾਂ ਇੱਕ ਮਸ਼ੀਨ ਦੇ ਤੌਰ ਤੇ ਸਾਡਾ ਸਰੀਰ ਕੰਮ ਕਰਦਾ ਹੈ, ਜਿਸ ਤਰ੍ਹਾਂ ਮਸ਼ੀਨ ਨੂੰ ਚਲਾਉਣ ਵਾਸਤੇ ਸਾਨੂੰ ਈਂਧਨ ਦੀ, ਬਾਲਣ ਦੀ ਲੋੜ ਹੁੰਦੀ ਹੈ। ਉਹ ਕਿਸੇ ਰੂਪ ਵਿੱਚ ਵੀ ਹੋ ਸਕਦਾ ਹੈ, ਪੈਟਰੋਲ ਦੇ ਰੂਪ ਦੇ ਵਿੱਚ, ਕੋਲੇ ਦੇ ਰੂਪ ਦੇ ਵਿੱਚ, ਲੱਕੜੀ ਦੇ ਰੂਪ ਦੇ ਵਿੱਚ, ਡੀਜ਼ਲ ਦੇ ਰੂਪ ਦੇ ਵਿੱਚ। ਤਾਂ ਉਸੇ ਤਰ੍ਹਾਂ ਹੀ ਸਾਡੇ ਸਰੀਰ ਨੂੰ ਚਲਾਉਣ ਵਾਸਤੇ ਵੀ ਈਂਧਨ ਦੀ ਲੋੜ ਹੁੰਦੀ ਹੈ, ਊਰਜਾ ਦੀ ਲੋੜ ਹੁੰਦੀ ਹੈ। ਠੀਕ ਹੈ। ਔਰ ਊਰਜਾ ਸਾਨੂੰ ਕਿੱਥੋਂ ਪ੍ਰਾਪਤ ਹੁੰਦੀ ਹੈ? ਜਲਨ ਤੋਂ, ਜਿਵੇਂ ਅਸੀਂ ਕਹਿੰਦੇ ਊਰਜਾ ਪ੍ਰਾਪਤ ਹੁੰਦੀ ਹੈ, ਬਲਨ ਕਿਸੇ ਚੀਜ਼ ਦੇ ਬਲਨ ਤੋਂ ਊਰਜਾ ਪ੍ਰਾਪਤ ਹੁੰਦੀ ਹੈ। ਤਾਂ ਉਸੇ ਤਰ੍ਹਾਂ ਹੀ ਸਾਡੇ ਸਰੀਰ ਨੂੰ ਜੋ ਊਰਜਾ ਪ੍ਰਾਪਤ ਹੋਣੀ ਹੈ ਉਹ ਭੋਜਨ ਤੋਂ ਪ੍ਰਾਪਤ ਹੋਣੀ ਹੈ। ਠੀਕ ਹੈ। ਮਨੁੱਖੀ ਸਰੀਰ ਜਿਹੜਾ ਸਾਡਾ ਹੈ ਇਹਨੂੰ ਅਸੀਂ ਇਹਦੀ ਜਿਹਨੂੰ ਅਸੀਂ ਭੁੱਖ ਕਹਿ ਦਿੰਦੇ ਹਾਂ, ਭੁੱਖ ਨੂੰ ਮਿਟਾਉਣ ਵਾਸਤੇ। ਭੁੱਖ ਕੀ ਹੈ ਅਸਲ ਵਿੱਚ ਸਾਡੇ, ਕਿਉਂਕਿ ਸਾਡਾ ਸਰੀਰ ਵੀ ਇੱਕ ਤੰਤਰ ਦੀ ਤਰ੍ਹਾਂ ਕੰਮ ਕਰਦਾ ਹੈ, ਮਸ਼ੀਨਰੀ ਦੀ ਤਰ੍ਹਾਂ ਕੰਮ ਕਰਦਾ ਹੈ। ਤਾਂ ਉਹਨੂੰ ਵੀ ਊਰਜਾ ਦੀ ਲੋੜ ਪੈਂਦੀ ਹੈ, ਤੇ ਉਹਦੇ ਵਾਸਤੇ ਸਾਡੇ ਕੋਲੇ ਕੀ ਹੈ? ਭੋਜਨ ਹੈ। ਤਾਂ ਪਹਿਲਾਂ ਤੁਸੀਂ ਇੱਥੇ ਦੇਖੋ ਭੋਜਨ ਬਾਰੇ ਗੱਲ ਕਰ ਸਕਦੇ ਹੋ ਕਿ ਸਰੀਰ ਵੀ ਇੱਕ ਇੰਜਨ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਚੀਜ਼ਾਂ ਤੁਸੀਂ ਕਾਮਨ ਗੱਲਾਂ ਨੇ, ਤੁਹਾਨੂੰ ਇਹ ਤੁਸੀਂ ਲਿਖ ਸਕਦੇ ਹੋ ਆਪਣੇ ਆਪ ਕਿ ਭੋਜਨ ਇੱਕ ਇੰਜਨ ਦੇ ਰੂਪ ਦੇ ਵਿੱਚ ਕੰਮ ਕਰਦਾ ਹੈ। ਤੇ ਜਿਸ ਤਰ੍ਹਾਂ ਇੰਜਨ ਨੂੰ ਈਂਧਨ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਸਾਡੇ ਸਰੀਰ ਨੂੰ ਵੀ ਭੋਜਨ ਦੀ ਲੋੜ ਹੁੰਦੀ ਹੈ। ਠੀਕ ਹੈ। ਹੁਣ ਇਹਦੇ ਚ ਅੱਗੇ ਆ ਜਾਏਗਾ ਤੁਹਾਡੇ ਕੋਲੇ, ਜੇ ਤੁਸੀਂ ਤੁਹਾਨੂੰ ਜੇ ਸੈਂਡ ਹੋ ਚੁੱਕਾ WhatsApp ਦੇ ਉੱਪਰ ਇੱਕ ਪੇਜ ਦੇ ਰੂਪ ਦੇ ਵਿੱਚ ਕੁਐਸਚਨ ਸੀਗਾ, ਜੇ ਤੁਹਾਨੂੰ ਮਿਲ ਚੁੱਕਾ ਹੈ ਤਾਂ ਇਹ ਦੇਖੋ। ਉਸ ਤੋਂ ਅੱਗੇ ਲਿਖਿਆ ਹੈ ਭੋਜਨ ਵਿੱਚ ਸ਼ਾਮਿਲ ਰਾਸਾਇਨਿਕ ਪੋਸ਼ਕ ਤੱਤਵ। ਠੀਕ ਹੈ। ਔਰ ਇਹ ਤੁਹਾਡਾ ਪਹਿਲਾ ਪ੍ਰਸ਼ਨ ਹੈ ਜਿਹੜੇ DEC2 ਦਾ ਜਿਹੜਾ ਸੈੱਟ ਤੁਹਾਨੂੰ ਮਿਲਿਆ ਹੋਏਗਾ, DEC2 ਦਾ ਸੈੱਟ ਮਿਲਿਆ ਹੋਏਗਾ, ਉਹਦਾ ਪਹਿਲਾ ਪ੍ਰਸ਼ਨ ਹੈ, क्वेश्चन नंबर 1 है भोजन के कार्य, फंक्शन ऑफ फूड, फंक्शंस ऑफ फूड। ਭੋਜਨ ਦੇ ਕੰਮ ਕੀ ਨੇ? ਠੀਕ ਹੈ। ਤੇ ਭੋਜਨ ਦੇ ਕੰਮਾਂ ਤੋਂ ਪੜਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਭੋਜਨ ਦੇ ਵਿੱਚ ਸ਼ਾਮਿਲ ਕੀ ਕੁਝ ਹੁੰਦਾ ਹੈ। ਤਾਂ ਭੋਜਨ ਦੇ ਵਿੱਚ ਦੇਖੋ ਲਿਖੇ ਹੋਏ ਨੇ 7 ਪੁਆਇੰਟ ਲਿਖੇ ਹੋਏ ਨੇ, ਜਿਹੜੀਆਂ ਜਿਹੜੀਆਂ ਚੀਜ਼ਾਂ ਭੋਜਨ ਦੇ ਵਿੱਚ ਸ਼ਾਮਿਲ ਹੁੰਦੀਆਂ ਨੇ ਉਹਨਾਂ ਦੇ ਵਿੱਚ ਕੀ ਆ ਜਾਂਦਾ ਹੈ। ਉਹਨਾਂ ਦੇ ਵਿੱਚ ਹੁੰਦੇ ਨੇ ਕਾਰਬੋਹਾਈਡਰੇਟਸ ਸਭ ਤੋਂ ਪਹਿਲਾਂ, ਫਿਰ ਦੂਸਰੇ ਨੰਬਰ ਤੇ ਆ ਜਾਂਦਾ ਪ੍ਰੋਟੀਨ, ਫਿਰ ਉਸ ਤੋਂ ਬਾਅਦ ਵਸਾ, ਫੈਟ ਜਿਹਨੂੰ ਆਪਾਂ ਚਰਬੀ ਕਹਿੰਦੇ ਆ, ਚਰਬੀ, ਵਸਾ, ਫੈਟ, ਵਿਟਾਮਿਨਸ, ਖਣਿਜ। ਠੀਕ ਹੈ। ਹਾਂ, ਖਣਿਜ ਕੀ ਕਹਿੰਦੇ ਆਪਾਂ ਇਹਨਾਂ ਨੂੰ? ਮਿਨਰਲਸ, ਇੰਗਲਿਸ਼ ਚ ਮਿਨਰਲਸ ਕਹਿੰਦੇ ਆ। ਰੇਸ਼ੇ, ਫਾਈਬਰਸ, ਪਾਣੀ, ਵਾਟਰ। ਠੀਕ ਹੈ। ਹੁਣ ਇਹ ਤੁਸੀਂ ਰਿਪੀਟ ਕਰੋ ਆਪਦੇ ਦਿਮਾਗ ਦੇ ਵਿੱਚ, ਚੀਜ਼ਾਂ ਤੁਸੀਂ ਹੁਣ ਤੋਂ ਪਕਾਉਣੀਆਂ ਸ਼ੁਰੂ ਕਰਨੇ, ਕਿਉਂਕਿ ਅਸੀਂ ਇਹ ਜਿੰਨੇ ਵੀ ਪ੍ਰਸ਼ਨ ਕਰਾਂਗੇ DEC2 ਦੇ ਉਹਨਾਂ ਸਾਰਿਆਂ ਦੇ ਵਿੱਚ ਵਾਰ-ਵਾਰ ਇਹ ਚੀਜ਼ਾਂ ਸਾਨੂੰ ਦਿਖਾਈ ਦੇਣਗੀਆਂ।
ਕੀ ਹੁੰਦੇ ਨੇ ਰਸਾਇਣਿਕ। ਦੇਖੋ ਇਹ ਚੀਜ਼ਾਂ, ਇੱਕ ਤਾਂ ਚੀਜ਼ ਇਹ ਧਿਆਨ 'ਚ ਰੱਖਣੀ ਹੈ ਕਿ ਇਹ ਕੀ ਨੇ, ਭੋਜਨ ਦੇ ਤੱਤ ਨੇ। ਕੀ ਨੇ? ਭੋਜਨ ਦੇ ਤੱਤ। ਕਿਹੜੇ ਤੱਤ ਨੇ? ਇਹਨਾਂ ਨੂੰ ਕਹਿੰਦੇ ਰਸਾਇਣਿਕ ਪੋਸ਼ਕ ਤੱਤਵ। ਰਸਾਇਣਿਕ ਪੋਸ਼ਕ ਤੱਤਵ, ਨਿਊਟ੍ਰੀਐਂਟਸ ਨੇ ਇਹ। ਠੀਕ ਹੈ, ਕਿਹੜੇ ਕਿਹੜੇ ਨਿਊਟ੍ਰੀਐਂਟਸ ਹੁੰਦੇ ਨੇ ਭੋਜਨ ਦੇ ਵਿੱਚ? ਸਭ ਤੋਂ ਪਹਿਲਾਂ ਕੀ ਹੁੰਦਾ? ਕਾਰਬੋਹਾਈਡਰੇਟਸ, ਫਿਰ ਹੁੰਦੇ ਆ ਪ੍ਰੋਟੀਨ, ਵਸਾ ਜਾਂ ਫੈਟ, ਚਰਬੀ, ਫਿਰ ਹੁੰਦੇ ਆ ਵਿਟਾਮਿਨਸ, ਫਿਰ ਖਣਿਜ ਮਿਨਰਲਸ, ਫਿਰ ਰੇਸ਼ੇ ਫਾਈਬਰਸ, ਫਿਰ ਹੁੰਦਾ ਪਾਣੀ। ਠੀਕ ਹੈ, ਸਾਰੀਆਂ 7 ਚੀਜ਼ਾਂ ਜਿਹੜੀਆਂ ਸਾਡੇ ਸਰੀਰ ਦੇ ਵਿੱਚ ਸ਼ਾਮਲ ਹੁੰਦੀਆਂ, ਸਾਡੇ ਭੋਜਨ ਦੇ ਵਿੱਚ ਸ਼ਾਮਲ ਹੁੰਦੀਆਂ ਨੇ। ਹੁਣ ਇਹਨਾਂ ਦਾ ਕੰਮ ਕੀ ਹੈ? ਸਾਡੇ ਸਰੀਰ ਦੇ ਵਿੱਚ ਭੋਜਨ ਦਾ ਕੰਮ ਕੀ ਹੈ? ਦੇਖੋ, ਕੋਈ ਵੀ ਚੀਜ਼ ਅਸੀਂ ਯੂਜ਼ ਕਰਦੇ ਹਾਂ, ਕੋਈ ਵੀ ਅਸੀਂ ਚੀਜ਼ ਖਾਂਦੇ ਹਾਂ, ਉਹਦਾ ਕਿਤੇ ਨਾ ਕਿਤੇ ਜਾ ਕੇ ਸਰੀਰ ਦੇ ਵਿੱਚ ਫੰਕਸ਼ਨ ਹੈ। ਉਹ ਕਿਸ ਲੋੜ ਨੂੰ ਪੂਰਾ ਕਰਨ ਵਾਸਤੇ ਅਸੀਂ ਖਾਂਦੇ ਹਾਂ। ਠੀਕ ਹੈ ਜੀ। ਤਾਂ ਇੱਕ ਪਹਿਲਾਂ ਮੋٹے ਤੌਰ ਤੇ ਅਸੀਂ ਵੇਖੀਏ ਕਿ ਕਿਹੜੇ ਕਿਹੜੇ ਫੰਕਸ਼ਨਸ ਹੁੰਦੇ ਨੇ ਭੋਜਨ ਦੇ, ਭੋਜਨ ਕਿਹੜੇ ਕਿਹੜੇ ਕੰਮ ਕਰਦਾ ਹੈ। ਖਾਣਾ ਜਿਹੜਾ ਅਸੀਂ ਖਾਂਦੇ ਹਾਂ, ਭੋਜਨ ਜੋ ਵੀ ਅਸੀਂ ਖਾਂਦੇ, ਉਹਦੇ ਕੰਮ ਕੀ ਕੀ ਨੇ। ਤਾਂ ਜਿਹੜੇ ਦੇਖੋ ਮੋٹے ਪੁਆਇੰਟ ਲਿਖੇ ਹੋਏ ਨੇ, ਪਹਿਲਾਂ ਜਿਹੜਾ 1 ਨੰਬਰ ਪਾਇਆ ਹੋਇਆ ਹੈ, ਸਰੀਰ ਕਿਰਿਆਤਮਕ ਕਾਰਜ ਹੈ, ਫਿਜ਼ੀਓਲੋਜੀਕਲ ਫੰਕਸ਼ਨਸ। ਸਰੀਰਕ, ਇੱਥੇ ਸਰੀਰਕ ਸੀਗਾ ਸ਼ਾਇਦ, ਸਰੀਰਕ ਕਿਰਿਆਤਮਕ ਕਾਰਜ ਹੈ, ਫਿਜ਼ੀਓਲੋਜੀਕਲ ਫੰਕਸ਼ਨਸ। ਮਤਲਬ ਕੀ ਇਹਦਾ ਕਿ ਸਰੀਰਕ ਕੰਮ ਕਿਹੜੇ ਕਿਹੜੇ ਨੇ, ਸਰੀਰ ਦੀਆਂ ਕਿਰਿਆਵਾਂ ਨੂੰ ਚਲਾਉਣ ਵਾਸਤੇ ਕਿਹੜੇ ਕਿਹੜੇ ਕੰਮ ਕਰਵਾਉਂਦਾ ਹੈ ਭੋਜਨ। ਫਿਜ਼ੀਓਲੋਜੀਕਲ, ਠੀਕ ਹੈ, ਫਿਜ਼ੀਕ ਨਾਲ ਸੰਬੰਧਿਤ ਫਿਜ਼ੀਓਲੋਜੀਕਲ ਫੰਕਸ਼ਨਸ ਕਿਹੜੇ ਕਿਹੜੇ ਹੈਗੇ ਨੇ। ਤਾਂ ਇਹ ਹੋਗਾ 1 ਨੰਬਰ। ਫਿਰ ਉਸ ਤੋਂ ਬਾਅਦ ਦੂਸਰੇ ਬੰਨੇ, ਪੇਜ ਦੇ ਦੂਜੇ ਬੰਨੇ ਸੀ, ਦੂਸਰੇ ਪੇਜ ਤੇ ਹੈ 2 ਨੰਬਰ ਤੇ ਸਮਾਜਿਕ एवं सांस्कृतिक कार्य है, सोशियो कल्चरल फंक्शनस। ਜਿਹੜੇ ਤੁਹਾਨੂੰ ਨੋਟਸ ਮਿਲੇ ਹੋਏ ਨੇ, ਉਹਦਾ ਪਹਿਲਾ ਕੁਐਸਚਨ ਹੈ, ਉਹਦੇ ਤੇ ਸਾਰਾ ਕੁਝ ਹੈਗਾ, ਤੁਸੀਂ ਉਹਨੂੰ ਵੀ ਦੇਖ ਸਕਦੇ ਹੋ। ਅਗਰ ਤੁਹਾਨੂੰ ਇਹ ਨੋਟਸ ਨਹੀਂ ਮਿਲਿਆ, ਜਿਹੜਾ ਜਿਹਦੀ ਮੈਂ ਗੱਲ ਕਰ ਰਿਹਾ, ਅਗਰ ਨਹੀਂ ਮਿਲਿਆ, ਤੁਹਾਨੂੰ ਸੈਂਟਰ ਤੋਂ ਨੋਟਸ ਮਿਲੇ ਨੇ, ਉਹਨਾਂ ਨੂੰ ਦੇਖੋ। दूसरा पॉइंट है साढ़े को सामाजिक एवं सांस्कृतिक कार्य, सोशियो कल्चरल फंक्शंस। और तीसरा है मनोवैज्ञानिक कार्य, साइकोलॉजिकल फंक्शंस। ਹੁਣ ਅਸੀਂ ਪਹਿਲੇ ਪੇਜ ਤੇ ਫਿਰ ਵਾਪਸ ਆਉਨੇ ਆ। 3 ਤਰ੍ਹਾਂ ਦੇ ਕੰਮ ਸਾਨੂੰ ਦੱਸੇ ਗਏ पेपर में। ਤੁਹਾਨੂੰ देखो कि प्रश्न आ सकता कि शरीर में भोजन के कार्य बताओ। ठीक है, तो ਅਸੀਂ ਦੱਸਾਂਗੇ ਸਭ ਤੋਂ ਪਹਿਲਾਂ ਹੁੰਦੇ ਜੀ ਸਰੀਰਕ क्रियात्मक कार्य है, फिजियोलॉजिकल फंक्शन। ठीक है, नंबर 1 हो गया फिजियोलॉजिकल फंक्शन, नंबर 2 हो गए सोशियो कल्चरल फंक्शंस, नंबर 3 हो गए साइकोलॉजिकल फंक्शंस। ठीक है, किन्नी तरह के फंक्शन ने मुख्य तौर पर भोजन के? मुख्य तौर पर किन्ने तरह के काम ने? आंसर करी चलो। हाँ, किन्ने ने? 3 तरह के काम ने। ठीक है, पहला आ गया फिजियोलॉजिकल, शारीरिक, फिर दूसरा आ गया सोशियो कल्चरल, सामाजिक एवं सांस्कृतिक, और तीसरा आ गया साइकोलॉजिकल फंक्शन। ठीक है जी, हुण असीं पहला डिस्कस करांगे। हाँ जी, हुण असीं पहला पॉइंट जिहड़ा है वो डिस्कस करांगे। ध्यान नाल समझी जाना इहनूं। जे तुसीं एक वारी ध्यान नाल सुन लिया, तुहाडीआं कई प्रॉब्लम्स सॉल्व हो जाणगीआं इत्थे। देखो, पहला पॉइंट असीं करदे पए आ सरीरक क्रियात्मक कार्य है, फिजियोलॉजिकल फंक्शनस। ਇਹਦੇ ਵਿੱਚ ਦੇਖੋ ਕੀ ਆ ਜਾਂਦਾ ਹੈ, ਕਿਹੜੀਆਂ ਕਿਰਿਆਵਾਂ ਆ ਜਾਂਦੀਆਂ ਨੇ, ਕਿਹੜੇ ਕੰਮਾਂ ਵਾਸਤੇ ਭੋਜਨ ਦੀ ਵਰਤੋਂ ਕੀਤੀ ਜਾਂਦੀ ਹੈ। ਭੋਜਨ ਦੀ ਸਭ ਤੋਂ ਮੇਨ ਜਿਹੜਾ ਸਰੀਰ ਦੀ ਲੋੜ ਨੂੰ ਪੂਰਾ ਕਰਦਾ ਹੈ, ਉਹ ਹੈਗਾ ਊਰਜਾ ਪ੍ਰਦਾਨ ਕਰਨਾ। ਪਹਿਲਾ ਸਭ ਤੋਂ ਕੰਮ ਕੀ ਹੈ ਮੁੱਖ ਸਰੀਰ ਨੂੰ ਭੋਜਨ ਦਾ? ਊਰਜਾ ਪ੍ਰਦਾਨ ਕਰਨਾ, ਟੂ ਗਿਵ ਐਨਰਜੀ। ਠੀਕ ਹੈ, ਇਹਨੂੰ ਸਮਝੋ। ਦੇਖੋ, ਊਰਜਾ ਪ੍ਰਦਾਨ ਕਰਨ ਦਾ ਮਤਲਬ ਕੀ ਹੈ? ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਸੀ। ਹਾਂਜੀ, ਬੋਲੋ ਜੀ। ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਸਭ ਤੋਂ ਮੇਨ ਕਾਰਨ ਕੀ ਹੁੰਦਾ ਭੋਜਨ ਦਾ, ਜਾਂ ਕਿਸ ਵਾਸਤੇ ਅਸੀਂ ਭੋਜਨ ਖਾਂਦੇ ਹਾਂ? ਊਰਜਾ ਪ੍ਰਦਾਨ ਕਰਨ ਵਾਸਤੇ। ਸਰੀਰ ਨੂੰ ਊਰਜਾ ਚਾਹੀਦੀ ਹੁੰਦੀ ਹੈ ਵੱਖ-ਵੱਖ ਫੰਕਸ਼ਨ ਕਰਨ ਵਾਸਤੇ। ਦੇਖੋ, ਜਿਵੇਂ ਸਰੀਰ ਦੇ ਅਲੱਗ-ਅਲੱਗ ਇੰਜਨ ਦੇ ਅਲੱਗ-ਅਲੱਗ ਪਾਰਟਸ ਹੁੰਦੇ ਨੇ, ਉਹਨਾਂ ਨੂੰ ਚਲਾਉਣ ਵਾਸਤੇ ਉਹਨੂੰ ਇੰਜਨ ਨੂੰ ਈਂਧਨ ਦੀ ਲੋੜ ਪੈਂਦੀ ਹੈ। ਉਸੇ ਤਰ੍ਹਾਂ ਹੀ ਸਾਡੇ ਸਰੀਰ ਦੇ ਵਿੱਚ ਵੀ ਜਿਹੜੇ ਅਲੱਗ-ਅਲੱਗ ਪਾਰਟਸ ਕੰਮ ਕਰਦੇ ਨੇ, ਉਹਨਾਂ ਨੂੰ ਚਲਾਉਣ ਵਾਸਤੇ ਊਰਜਾ ਦੀ ਲੋੜ ਪੈਂਦੀ ਹੈ। ਠੀਕ ਹੈ, ਤੇ ਊਰਜਾ ਸਾਨੂੰ ਕਿੱਥੋਂ ਮਿਲਦੀ ਹੈ? ਉਹ ਮਿਲਦੀ ਹੈ ਭੋਜਨ ਤੋਂ। ਠੀਕ ਹੈ ਜੀ, ਆਪਾਂ ਇਹਨੂੰ ਹੌਲੀ ਹੌਲੀ ਸਮਝੀ ਜਾਣਾ ਨਾਲ ਦੀ ਨਾਲ।
ਊਰਜਾ ਸਾਨੂੰ ਕਿੱਥੋਂ ਮਿਲਦੀ ਆ? ਭੋਜਨ ਤੋਂ। ਹੁਣ ਭੋਜਨ ਦੇ ਵਿੱਚ ਮੁੱਖ ਤੌਰ ਤੇ ਊਰਜਾ ਪ੍ਰਦਾਨ ਕਰਨ ਵਾਲੇ ਕਿਹੜੇ ਤੱਤ ਹੁੰਦੇ ਨੇ? ਹੁਣ ਵਾਪਸ ਫਿਰ ਪੇਜ ਦੇ ਪਹਿਲੇ ਹਿੱਸੇ ਤੇ ਜਾਓ। ਅਸੀਂ 7 ਚੀਜ਼ਾਂ ਦੀ ਗੱਲ ਕੀਤੀ ਆ, ਕਾਰਬੋਹਾਈਡਰੇਟਸ, ਪ੍ਰੋਟੀਨ, ਵਸਾ, ਵਿਟਾਮਿਨਸ, ਖਣਿਜ, ਰੇਸ਼ੇ, ਪਾਣੀ। ਇਹਨੂੰ ਨਾਲ ਨਾਲ ਜੋੜ ਕੇ ਤੁਰਨਾ ਤਾਂ ਕਿ ਤੁਹਾਨੂੰ ਹਰ ਇੱਕ ਚੀਜ਼ ਨਾਲ ਨਾਲ ਕਲੀਅਰ ਹੁੰਦੀ ਜਾਵੇ। ਪਹਿਲਾ ਪੁਆਇੰਟ ਅਸੀਂ ਕਰਦੇ ਪਏ ਹਾਂ ਊਰਜਾ ਪ੍ਰਦਾਨ ਕਰਨਾ। ਪਹਿਲਾ ਕੰਮ ਸਰੀਰ ਨੂੰ ਕੀ ਹੈਗਾ? ਊਰਜਾ ਪ੍ਰਦਾਨ ਕਰਨਾ। ਠੀਕ ਹੈ। ਊਰਜਾ ਸਾਨੂੰ ਕਿੱਥੋਂ ਮਿਲੇਗੀ? ਊਰਜਾ ਸਾਨੂੰ ਮਿਲਦੀ ਆ ਜੀ, ਊਰਜਾ ਦੇ ਸਰੋਤ ਹੈਗੇ ਆ ਕਾਰਬੋਹਾਈਡਰੇਟਸ, ਫੈਟ ਐਂਡ ਪ੍ਰੋਟੀਨ। ਠੀਕ ਹੈ। ਜੇ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਊਰਜਾ ਦਾ ਸਭ ਤੋਂ ਮੁੱਖ ਸੋਮਾ ਕਿਹੜਾ ਹੈ, ਊਰਜਾ ਦਾ ਮੁੱਖ ਸਰੋਤ ਕਿਹੜਾ ਹੈ, ਸੋਰਸ ਕੀ ਆ ਊਰਜਾ ਦਾ, એનર્ਜੀ ਦਾ ਸੋਰਸ ਕੀ ਹੈ, ਉਹ ਹੈ ਕਾਰਬੋਹਾਈਡਰੇਟ ਸਭ ਤੋਂ ਪਹਿਲਾਂ, ਫਿਰ ਉਸ ਤੋਂ ਬਾਅਦ ਫੈਟ, ਫਿਰ ਉਸ ਤੋਂ ਬਾਅਦ ਪ੍ਰੋਟੀਨ। ਠੀਕ ਹੈ। ਤਿੰਨਾਂ ਤੋਂ ਸਾਨੂੰ ਊਰਜਾ ਪ੍ਰਾਪਤ ਹੁੰਦੀ ਹੈ। ਪ੍ਰੋਟੀਨ ਵਾਲੇ ਭੋਜਨ ਤੋਂ ਵੀ ਊਰਜਾ ਪ੍ਰਾਪਤ ਹੁੰਦੀ ਹੈ, ਫੈਟ ਵਾਲੇ ਤੋਂ ਵੀ, ਕਾਰਬੋਹਾਈਡਰੇਟ ਤੋਂ ਵੀ। ਪਰ ਸਭ ਤੋਂ ਮੁੱਖ ਤੌਰ ਤੇ ਕਿਹੜੀ ਚੀਜ਼ ਹੁੰਦੀ ਹੈ ਜਿੱਥੋਂ ਊਰਜਾ ਪ੍ਰਾਪਤ ਹੁੰਦੀ ਹੈ? ਹੁੰਦੇ ਕਾਰਬੋਹਾਈਡਰੇਟਸ। ਠੀਕ ਹੈ। ਕਾਰਬੋਹਾਈਡਰੇਟਸ ਵਾਲੇ ਜਿਹੜੇ ਭੋਜਨ ਹੁੰਦੇ ਨੇ ਉਹ ਸਾਨੂੰ ਊਰਜਾ ਪ੍ਰਦਾਨ ਕਰਦੇ ਨੇ ਸਰੀਰ ਨੂੰ, ਇਸ ਵਾਸਤੇ ਕਾਰਬੋਹਾਈਡਰੇਟਸ ਜ਼ਿਆਦਾ ਲਏ ਜਾਂਦੇ ਨੇ ਭੋਜਨ ਦੇ ਵਿੱਚ। ਹੁਣ ਫਿਰ ਇੱਥੇ ਆਓ, ਊਰਜਾ ਪ੍ਰਦਾਨ ਕਰਨਾ, ਉਹਦੇ ਨਾਲ 2 ਕਿਰਿਆਵਾਂ ਦਿੱਤੀਆਂ ਹੋਈਆਂ ਨੇ, ਇੱਛਕ ਕਿਰਿਆएं ਔਰ ਅਨਿੱਛਕ ਕਿਰਿਆएं। ਠੀਕ ਹੈ। ਵੋਲੰਟਰੀ ਐਕਟੀਵਿਟੀਜ਼ ਐਂਡ ਇਨਵੋਲੰਟਰੀ ਐਕਟੀਵਿਟੀਜ਼। ਵੋਲੰਟਰੀ ਐਕਟੀਵਿਟੀਜ਼ ਦਾ ਮਤਲਬ ਕੀ ਹੈ? ਇੱਛਕ ਕਿਰਿਆਵਾਂ ਦਾ ਮਤਲਬ ਕੀ ਹੈ? ਜਿਹੜੀਆਂ ਕਿਰਿਆਵਾਂ ਅਸੀਂ ਆਪਦੀ ਮਰਜ਼ੀ ਦੇ ਨਾਲ ਕਰਦੇ ਹਾਂ। ਸਾਡਾ ਸਰੀਰ ਦੇ ਉਹ ਕੰਮ, ਸਾਡੇ ਸਰੀਰ ਦੁਆਰਾ ਕੀਤੇ ਜਾਂਦੇ ਉਹ ਕੰਮ ਜਿਨ੍ਹਾਂ ਨੂੰ ਅਸੀਂ ਆਪਦੀ ਮਰਜ਼ੀ ਅਨੁਸਾਰ ਕਰਦੇ ਹਾਂ। ਜਿਵੇਂ ਅਸੀਂ ਉੱਠਦੇ ਹਾਂ, ਬੈਠਦੇ ਹਾਂ, ਤੁਰਦੇ ਹਾਂ, ਭੱਜਦੇ ਹਾਂ, ਅਸੀਂ ਹੱਥ ਹਿਲਾਉਂਦੇ ਹਾਂ, ਆਪਦੇ ਪੈਰ ਹਿਲਾਉਂਦੇ ਹਾਂ। ਠੀਕ ਹੈ। ਇਹ ਸਾਰੇ ਜਿਹੜੇ ਕੰਮ ਹੈਗੇ ਨਾ ਅਸੀਂ ਆਪਦੀ ਮਰਜ਼ੀ ਦੇ ਨਾਲ ਕਰਦੇ ਹਾਂ, ਆਪਣੇ ਆਪ ਨਹੀਂ ਹੁੰਦੇ। ਅਗਰ ਅਸੀਂ ਚੁੱਪ ਸ਼ਾਂਤ ਬੈਠੇ ਹੋਏ ਹਾਂ, ਉੱਠਣ ਦੀ ਜਿਹੜੀ ਕਿਰਿਆ ਹੈਗੀ ਉਹ ਸਾਡਾ, ਜਦੋਂ ਦਿਮਾਗ ਸਾਡਾ ਜੋ ਸਾਨੂੰ ਆਦੇਸ਼ ਦਿੰਦਾ ਉੱਠਣ ਵਾਸਤੇ, ਤਾਂ ਅਸੀਂ ਉੱਠਦੇ ਹਾਂ। ਠੀਕ ਹੈ। ਅਸੀਂ ਆਪਦੀ ਮਰਜ਼ੀ, ਜਿਹੜਾ ਸਾਡਾ ਦਿਮਾਗ ਜਿਹੜਾ ਕੰਮ ਕਰਦਾ, ਸਾਡੀ ਮਰਜ਼ੀ ਅਨੁਸਾਰ ਕੰਮ ਕਰਦਾ, ਤਾਂ ਅਸੀਂ ਉੱਠਦੇ ਹਾਂ, ਬੈਠਦੇ ਹਾਂ, ਖਾਂਦੇ ਪੀਂਦੇ ਹਾਂ, ਜਦੋਂ ਤੁਰਦੇ ਭੱਜਦੇ ਦੌੜਦੇ ਹਾਂ, ਉਹ ਕੰਮ ਅਸੀਂ ਕੀ ਕਰਦੇ ਹਾਂ? ਵੋਲੰਟਰੀ ਐਕਟੀਵਿਟੀਜ਼ ਨੇ, ਆਪਦੀ ਮਰਜ਼ੀ ਨਾਲ ਅਸੀਂ ਕਰਦੇ ਹਾਂ। ਸਾਡਾ ਸਰੀਰ ਨੂੰ ਅਸੀਂ ਜਦੋਂ ਆਦੇਸ਼ ਦਿੰਦੇ ਹਾਂ ਉਦੋਂ ਉਹ ਕੰਮ ਕਰਦਾ ਹੈ। ਦੂਸਰੀਆਂ ਹੈਗੀਆਂ ਅਨਿੱਛਕ ਕਿਰਿਆएं, ਇਨਵੋਲੰਟਰੀ ਐਕਟੀਵਿਟੀਜ਼। ਇਨਵੋਲੰਟਰੀ ਐਕਟੀਵਿਟੀਜ਼ ਕਿਹੜੀਆਂ ਹੈਗੀਆਂ? ਜਿਹੜੇ ਕੁਦਰਤੀ ਤੌਰ ਤੇ ਹਰ ਵੇਲੇ ਹੋ ਹੀ ਜਾ ਰਹੀਆਂ ਨੇ, ਜਿਨ੍ਹਾਂ ਨੂੰ ਅਸੀਂ ਰੋਕ ਨਹੀਂ ਸਕਦੇ, ਜਿਨ੍ਹਾਂ ਨੂੰ ਅਸੀਂ ਆਪਦੀ ਮਰਜ਼ੀ ਅਨੁਸਾਰ ਨਹੀਂ ਚਲਾ ਸਕਦੇ ਕਿ ਹਾਂ ਕਿ ਮੈਂ ਅੱਧਾ ਘੰਟਾ, ਅਸੀਂ ਕਹਿੰਦੇ ਨਾ ਸਾਹ ਲੈਣਾ, ਮੈਂ ਅੱਧਾ ਘੰਟਾ ਸਾਹ ਲੈਣਾ, ਹੁਣ ਮੇਰਾ ਸਾਹ ਰੁਕ ਜੇ। ਇਸ ਤਰ੍ਹਾਂ ਨਹੀਂ ਹੋ ਸਕਦਾ। ਸਾਹ ਦੀ ਜਿਹੜੀ ਕਿਰਿਆ ਹੈ, ਸਾਹ ਚੱਲਣ ਦੀ ਜਿਹੜੀ ਕਿਰਿਆ ਹੈ, ਉਹ ਲਗਾਤਾਰ ਇਨਵੋਲੰਟਰੀ ਚੱਲਦੀ ਰਹਿੰਦੀ ਹੈ, ਇਨਵੋਲੰਟਰੀ ਐਕਟੀਵਿਟੀ ਹੈ, ਹਰ ਵੇਲੇ ਲੱਗੀ ਰਹਿੰਦੀ ਹੈ। ਹਾਂ। ਦਿਲ ਕਾ ਧੜਕਣਾ। ਠੀਕ ਹੈ। ਹਾਰਟ ਬੀਟ ਜਿਹੜੀ ਹੈ ਉਹ ਹਰ ਵੇਲੇ ਚੱਲਦੀ ਰਹਿੰਦੀ ਹੈ, ਉਹਨੂੰ ਰੋਕਿਆ ਨਹੀਂ ਜਾ ਸਕਦਾ। ਉਸੇ ਤਰ੍ਹਾਂ ਖੂਨ ਦਾ ਬਹਿਣਾ, ਸਾਡੀਆਂ ਨਾੜੀਆਂ ਦੇ ਵਿੱਚ ਜਿਹੜਾ ਖੂਨ ਦਾ ਸਰਕੂਲੇਸ਼ਨ ਹੈ, ਬਲੱਡ ਸਰਕੂਲੇਸ਼ਨ ਹੈ, ਉਹ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ, ਉਹ ਰੁਕਦੀ ਨਹੀਂ ਹੈ। ਠੀਕ ਹੈ। ਹੁਣ ਦੇਖੋ, ਜਦੋਂ ਅਸੀਂ ਇਹ ਗੱਲ ਕਰਦੇ ਪਏ ਹਾਂ ਕਿ ਕੋਈ ਐਕਟੀਵਿਟੀ ਹੋ ਰਹੀ ਹੈ, ਕੋਈ ਐਕਟੀਵਿਟੀ ਹੋ ਰਹੀ ਹੈ, ਤੇ ਉਹਨੂੰ એનર્ਜੀ ਦੀ ਲੋੜ ਹੋਏਗੀ। ਮੰਨ ਲਓ ਪੱਖਾ ਚੱਲ ਰਿਹਾ ਹੈ ਤੇ ਪੱਖੇ ਨੂੰ ਚਲਾਉਣ ਵਾਸਤੇ એનર્ਜੀ ਦੀ ਲੋੜ ਪਏਗੀ। ਅਗਰ ਉਹਨੂੰ એનર્ਜੀ ਨੂੰ ਅਸੀਂ ਬੰਦ ਕਰ ਦਿਆਂਗੇ, ਉਹਦੀ ਸਪਲਾਈ ਨੂੰ ਬੰਦ ਕਰ ਦਿਆਂਗੇ, ਉਹ ਬੰਦ ਹੋ ਜਾਏਗਾ। ਠੀਕ ਹੈ। ਤੇ ਇਸੇ ਤਰ੍ਹਾਂ ਇਹਨਾਂ ਐਕਟੀਵਿਟੀਜ਼ ਨੂੰ ਚਲਾਉਣ ਵਾਸਤੇ, ਭਾਵੇਂ ਉਹ ਵੋਲੰਟਰੀ ਐਕਟੀਵਿਟੀਜ਼ ਨੇ, ਭਾਵੇਂ ਉਹ ਇਨਵੋਲੰਟਰੀ ਐਕਟੀਵਿਟੀਜ਼ ਨੇ, ਉਹਨਾਂ ਨੂੰ ਚਲਾਉਣ ਵਾਸਤੇ ਸਾਨੂੰ ਕਿਸ ਚੀਜ਼ ਦੀ ਲੋੜ ਪੈਂਦੀ ਆ? ਕਰੋ ਆਨਸਰ। ਕਿਸ ਚੀਜ਼ ਦੀ ਲੋੜ ਪੈਂਦੀ ਆ? એનર્ਜੀ ਦੀ ਲੋੜ ਪਏਗੀ, ਊਰਜਾ ਦੀ ਲੋੜ ਪਏਗੀ। ਤੇ ਊਰਜਾ ਸਾਨੂੰ ਕਿੱਥੋਂ ਮਿਲੇਗੀ? ਦੱਸੀ ਚਲੋ ਨਾਲ ਨਾਲ, ਊਰਜਾ ਸਾਨੂੰ ਕਿੱਥੋਂ ਮਿਲੇਗੀ? ਫੂਡ ਤੋਂ। ਜੇ ਫੂਡ ਤੋਂ ਥੋੜਾ ਜਿਹਾ ਅੱਗੇ ਜਾਈਏ, ਕਿੱਥੋਂ ਮਿਲੇਗੀ? ਕਾਰਬੋਹਾਈਡਰੇਟਸ ਤੋਂ। ਠੀਕ ਹੈ। ਹਾਂ। ਫੂਡ ਤੋਂ ਅੱਗੇ ਕੀ ਆ ਜਾਏਗਾ? ਕਾਰਬੋਹਾਈਡਰੇਟਸ। ਕਾਰਬੋਹਾਈਡਰੇਟ ਤੋਂ ਸੈਕੰਡ ਕੀ ਆ ਜਾਂਦਾ? ਫੈਟ। ਔਰ ਥਰਡ ਦੇ ਤੌਰ ਤੇ ਕੀ ਆ ਜਾਂਦਾ ਹੈ? ਪ੍ਰੋਟੀਨ। ਠੀਕ ਹੈ। ਕਿਉਂਕਿ ਫੈਟ ਔਰ ਪ੍ਰੋਟੀਨ ਦੇ ਕੁਝ ਹੋਰ ਕੰਮ ਵੀ ਹੁੰਦੇ ਨੇ ਸਰੀਰ ਦੇ ਵਿੱਚ, ਉਹ ਆਪਾਂ ਅੱਗੇ ਪੜਾਂਗੇ। ਪਰ ਮੁੱਖ ਤੌਰ ਤੇ ਜਦੋਂ ਅਸੀਂ ਗੱਲ ਕਰਦੇ ਹਾਂ એનર્ਜੀ ਦੀ, એનર્ਜੀ ਗਿਵਨ ਫੂਡ ਕਿਹੜੇ ਹੁੰਦੇ ਨੇ, ਜਾਂ ਪੋਸ਼ਕ ਤੱਤਵ ਕਿਹੜੇ ਨੇ, ਨਿਊਟ੍ਰੀਐਂਟਸ ਕਿਹੜੇ ਨੇ, ਉਹ ਹੈਗੇ ਨੇ ਕਾਰਬੋਹਾਈਡਰੇਟਸ। ਹੁਣ ਦੇਖੋ, ਇਸੇ ਪੈਰੇ ਦੇ ਵਿੱਚੋਂ ਤੁਹਾਨੂੰ ਵੱਖਰਾ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ ਕਿ ਸਰੀਰ ਕੇ ਫਿਜ਼ੀਓਲੋਜੀਕਲ ਜਿਹੜੇ ਫੰਕਸ਼ਨਸ ਹੈਗੇ ਨੇ, ਉਹਨਾਂ ਦੇ ਵਿੱਚ ਊਰਜਾ ਪ੍ਰਦਾਨ ਕਰਨ ਦਾ ਕੀ ਮਤਲਬ ਹੈ? ਭੋਜਨ ਦਾ ਕਿਹੜਾ ਕੰਮ ਹੈ ਜਿਹੜਾ ਮੁੱਖ ਤੌਰ ਤੇ ਕੀਤਾ ਜਾਂਦਾ ਕਾਰਬੋਹਾਈਡਰੇਟ ਦੇ ਦੁਆਰਾ? ਤਾਂ ਉੱਥੇ ਅਸੀਂ ਗੱਲ ਕਰਾਂਗੇ ਊਰਜਾ ਪ੍ਰਦਾਨ ਕਰਨਾ। ਫਿਰ ਤੁਹਾਨੂੰ ਇੱਛਕ ਕਿਰਿਆएं ਔਰ ਅਨਿੱਛਕ ਕਿਰਿਆएं, ਇਹਨਾਂ ਤੇ ਅਲੱਗ ਤੁਹਾਨੂੰ ਉਸ ਤਰ੍ਹਾਂ ਸ਼ਾਰਟ ਨੋਟ ਕਿਤੇ ਆ ਜਾਵੇ ਪੇਪਰ ਦੇ ਵਿੱਚ, ਤਾਂ ਇਹ ਤੁਸੀਂ ਆਰਾਮ ਨਾਲ ਲਿਖ ਸਕਦੇ ਹੋ। ਹੁਣ ਤੁਹਾਨੂੰ ਇਹ ਸਮਝ ਆਉਣੀ ਚਾਹੀਦੀ ਹੈ। ਵੋਲੰਟਰੀ ਐਕਟੀਵਿਟੀਜ਼ ਜਿਹੜੀਆਂ ਅਸੀਂ ਸੋਚ ਸਮਝ ਕੇ ਕਰਦੇ ਹਾਂ, ਸਰੀਰ ਦੀਆਂ ਉਹ ਕਿਰਿਆਵਾਂ ਜਿਹੜੀਆਂ ਅਸੀਂ ਸੋਚ ਸਮਝ ਕੇ ਕਰਦੇ ਹਾਂ। ਤੇ ਇਨਵੋਲੰਟਰੀ ਜਿਹੜੀਆਂ ਆਪਣੇ ਆਪ ਹੋ ਰਹੀਆਂ ਨੇ, ਸਰੀਰ ਦੇ ਅੰਦਰ ਜਿਹੜੀਆਂ ਕਿਰਿਆਵਾਂ, ਇੰਨੀਆਂ ਕਿਰਿਆਵਾਂ ਚੱਲਦੀਆਂ ਨੇ, ਸਾਹ ਦਾ ਲੈਣਾ, ਸਾਹ ਆਉਣਾ, ਸਾਹ ਜਾਣਾ,
ਠੀਕ ਹੈ, ਹਾਰਟ ਬੀਟ ਹੋ ਗਈ, ਇਹਦੇ ਵਿੱਚ ਖੂਨ ਦਾ ਬਹਿਣਾ, ਸਰਕੂਲੇਸ਼ਨ ਜਿਹੜੀ ਬਲੱਡ ਸਰਕੂਲੇਸ਼ਨ ਚੱਲਦੀ ਰਹਿੰਦੀ ਹੈ। ਤਾਂ ਇਹ ਆਈਆਂ ਨੇ ਇਨਵਲੰਟਰੀ, ਆਪਣੇ ਆਪ ਹੋਣ ਵਾਲੀਆਂ ਕਿਰਿਆਵਾਂ। ਠੀਕ ਹੈ, ਔਰ ਇਹਨਾਂ ਸਾਰਿਆਂ ਨੂੰ ਲੋੜ ਕਿਸ ਚੀਜ਼ ਦੀ ਹੁੰਦੀ ਹੈ? એનર્ਜੀ ਦੀ। એનર્ਜੀ ਸਾਨੂੰ ਮਿਲਦੀ ਹੈ ਕਾਰਬੋਹਾਈਡਰੇਟਸ ਤੋਂ। ਇੱਕ ਚੀਜ਼ ਹੋਰ ਇਹ ਵੀ ਤੁਸੀਂ ਲਿਖਣੀ ਹੈ ਉੱਥੇ, ਊਰਜਾ ਮਾਪਨੇ ਕੀ ਇਕਾਈ। ਠੀਕ ਹੈ, ਊਰਜਾ ਮਾਪਨੇ ਕੀ ਇਕਾਈ ਉਹਨੂੰ ਕੀ ਕਹਿੰਦੇ ਆ? ਕੈਲੋਰੀ। ਕੈਲੋਰੀਆਂ ਦੇ ਵਿੱਚ ਊਰਜਾ ਨੂੰ ਮਾਪਿਆ ਜਾਂਦਾ ਹੈ। KCL ਲਿਖਿਆ ਹੁੰਦਾ, KCL। ਜਦੋਂ ਤੁਸੀਂ ਆ ਕੋਈ ਦੇਖਦੇ ਹੋ ਨਾ ਸਮਾਨ ਕੋਈ ਤੁਹਾਡੇ ਕੋਲੇ ਆਉਂਦਾ, ਮੰਨ ਲਓ ਮੈਗੀ ਵਗੈਰਾ ਤੁਸੀਂ ਖਾਂਦੇ ਹੋ, ਤਾਂ ਉਹਦੇ ਤੇ ਮਗਰ ਦੇਖਿਆ ਕਰੋ, ਉਹਦੇ ਤੇ ਮਗਰ ਕੈਲੋਰੀਜ਼ ਲਿਖੀਆਂ ਹੁੰਦੀਆਂ ਨੇ ਕਿ ਕਿੰਨੀਆਂ ਕੈਲੋਰੀਜ਼ ਇਸ ਤੋਂ ਮਿਲਣਗੀਆਂ ਤੁਹਾਨੂੰ। KCL ਲਿਖਿਆ ਹੁੰਦਾ, K ਵੱਡੀ ਹੁੰਦੀ ਹੈ, KCL किलो कैलोरी। K ਦਾ मतलब किलो, CL कैलोरी। ਤਾਂ ਊਰਜਾ को मापने की इकाई कौन सी है? कैलोरी है। ਹੁਣ ਦੇਖੋ, ਪਹਿਲਾ ਅਸੀਂ ਪੁਆਇੰਟ ਪੜਿਆ ਊਰਜਾ ਪ੍ਰਦਾਨ ਕਰਨਾ। ਦੂਸਰਾ ਸਰੀਰ ਨੂੰ ਭੋਜਨ ਦਾ ਕੰਮ ਕੀ ਹੈ? ਹਾਂਜੀ, ਭੋਜਨ ਦਾ ਦੂਸਰਾ ਕੰਮ ਕੀ ਹੈ? ਸਰੀਰ ਨਿਰਮਾਣ ਕਾਰਜ ਹੈ, ਬੋਡੀ ਬਿਲਡਿੰਗ। ਪਹਿਲਾ ਕੰਮ ਹੈਗਾ ਊਰਜਾ ਪ੍ਰਦਾਨ ਕਰਨਾ, ਦੂਸਰਾ ਕੰਮ ਹੈਗਾ ਭੋਜਨ ਦਾ, ਸਰੀਰ ਦਾ ਨਿਰਮਾਣ ਕਰਨਾ, ਬੋਡੀ ਨੂੰ ਬਿਲਡ ਕਰਨਾ। ਠੀਕ ਹੈ, ਬੋਡੀ ਬਿਲਡਿੰਗ। ਹੁਣ ਇਹਦੇ ਵਿੱਚ ਕੀ ਕੁਛ ਆ ਜਾਂਦਾ ਹੈ? ਇਹਦੇ ਵਿੱਚ ਆ ਜਾਂਦਾ ਗਰੋਥ ਆਫ ਬੋਡੀ। ਮੰਨ ਲਓ ਦੇਖੋ, ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਈਵਨ ਬੱਚੇ ਦੇ ਜਨਮ ਤੋਂ ਪਹਿਲਾਂ, ਕਿਉਂਕਿ ਦੇਖੋ ਉਹਦਾ ਜਿਹੜਾ ਸਰੀਰ ਦਾ ਢਾਂਚਾ ਜਿਹੜਾ ਹੈਗਾ ਉਹ ਪਹਿਲਾਂ ਬਣਨਾ ਸ਼ੁਰੂ ਹੋ ਜਾਂਦਾ ਹੈ। ਗਰਭ ਅਵਸਥਾ ਦੇ ਵਿੱਚ ਜਦੋਂ ਬੱਚਾ ਡਿਵੈਲਪ ਹੋਣਾ ਸ਼ੁਰੂ ਹੁੰਦਾ ਹੈ, ਤਾਂ ਉੱਥੇ ਵੀ ਉਹਨੂੰ ਜਿਹੜੀ ਉਹਦੀ ਬੋਡੀ ਬਣ ਰਹੀ ਹੈ, ਉੱਥੇ ਵੀ ਉਹਨੂੰ ਊਰਜਾ ਦੀ ਲੋੜ, ਉਹਨੂੰ ਭੋਜਨ ਦੀ ਲੋੜ ਹੁੰਦੀ ਹੈ। ਤਾਂ ਉਹਨੂੰ ਮਾਤਾ ਦੇ ਥਰੂ ਭੋਜਨ ਪਹੁੰਚਦਾ ਹੈ। ਹੁਣ ਉੱਥੇ ਵੀ ਉਹਦੇ ਸਰੀਰ ਦੀ ਕੀ ਹੋ ਰਹੀ ਹੈ? ਗਰੋਥ ਹੋ ਰਹੀ ਹੈ, ਬੋਡੀ ਦੀ ਗਰੋਥ ਹੋ ਰਹੀ ਹੈ। ਠੀਕ ਹੈ, ਜਦੋਂ ਬੱਚਾ ਪੈਦਾ ਹੁੰਦਾ ਹੈ, ਤਾਂ ਉਸ ਤੋਂ ਬਾਅਦ ਜਨਮ ਤੋਂ ਲੈ ਕੇ ਵੱਡੇ ਹੋਣ ਤੱਕ ਔਰ ਅੰਤ ਤੱਕ ਸਾਡੇ ਸਰੀਰ ਦੇ ਵਿੱਚ ਹਰ ਵੇਲੇ ਕੋਈ ਨਾ ਕੋਈ ਟੁੱਟ ਭੱਜ ਚੱਲਦੀ ਰਹਿੰਦੀ ਹੈ। ਅੰਦਰ ਟਿਸ਼ੂਆਂ ਦੀ, ਜਿਹੜੇ ਸਾਡੇ ਸਰੀਰ ਦੇ ਟਿਸ਼ੂਜ਼ ਨੇ, ਉਹ ਟੁੱਟਦੇ, ਬਣਦੇ, ਮਰਦੇ, ਜਿਉਂਦੇ ਰਹਿੰਦੇ ਨੇ। ਠੀਕ ਹੈ, ਇੱਥੇ ਇੱਕ ਚੀਜ਼ ਹੋਰ ਵੀ ਆ ਜਾਂਦੀ ਹੈ ਕਿ ਮੰਨ ਲਓ ਜਿਵੇਂ ਅਸੀਂ ਜਦੋਂ ਬੱਚੇ ਦਾ ਜਨਮ ਹੋ ਜਾਂਦਾ, ਉਸ ਤੋਂ ਬਾਅਦ ਔਰ ਆਪਣੇ ਜੀਵਨ ਦੇ ਵਿੱਚ ਕਿਤੇ ਉਹਦੇ ਸਰੀਰ ਨੂੰ ਕੋਈ ਚੋਟ ਵੀ ਲੱਗ ਸਕਦੀ ਹੈ, ਸੱਟ ਲੱਗ ਸਕਦੀ ਹੈ, ਹੱਡੀ ਦਾ ਕੋਈ ਫ੍ਰੈਕਚਰ ਹੋ ਸਕਦਾ ਹੈ, ਟੁੱਟ ਸਕਦੀ ਹੈ। ਤਾਂ ਇਹ ਸਾਰੀ ਜਿਹੜੀ ਮੁਰੰਮਤ ਹੁੰਦੀ ਹੈ ਅੰਦਰ ਸਰੀਰ ਦੇ ਅੰਦਰੂਨੀ ਔਰ ਬਾਹਰੀ ਜਿਹੜੀ ਮੁਰੰਮਤ ਹੁੰਦੀ ਹੈ, ਜਾਂ ਗਰੋਥ ਆਫ ਬੋਡੀ। ਬੱਚਾ ਛੋਟਾ ਹੈ, ਦੇਖੋ ਹੌਲੀ ਹੌਲੀ ਗਰੋਥ ਹੋ ਰਹੀ ਹੈ, ਉਹਦੀ ਹੱਡੀਆਂ ਦਾ ਢਾਂਚਾ ਵਿਕਸਿਤ ਹੋ ਰਿਹਾ, ਹੱਡੀਆਂ ਢਾਂਚਾ ਵੱਧ ਰਿਹਾ, ਹੱਡੀਆਂ ਲੰਬੀਆਂ ਹੋ ਰਹੀਆਂ ਨੇ, ਮਜ਼ਬੂਤ ਹੋ ਰਹੀਆਂ ਨੇ। ਠੀਕ ਹੈ, ਇਸ ਤੋਂ ਇਲਾਵਾ ਬਾਕੀ ਉਹਦੇ ਜਿਹੜੇ ਚਮੜੀ ਹੈ ਉਹਦੀ ਗਰੋਥ ਹੋ ਰਹੀ ਹੈ, ਫਿਜ਼ੀਕਲ ਸਾਰੀ ਗਰੋਥ ਹੋ ਰਹੀ ਹੈ ਬੱਚੇ ਦੀ। ਠੀਕ ਹੈ, ਉਹਦੇ ਆਰਗਨਸ ਦੀ ਗਰੋਥ ਹੋ ਰਹੀ ਹੈ। ਤਾਂ ਇਹ ਸਾਰਾ ਕੁਝ ਕਿਵੇਂ ਹੁੰਦਾ ਹੈ? ਸਰੀਰ ਨਿਰਮਾਣ ਕਾਰਜ, ਬੋਡੀ ਬਿਲਡਿੰਗ ਕਿਸ ਤਰ੍ਹਾਂ ਹੁੰਦੀ ਹੈ? ਇਹਦੇ ਵਿੱਚ ਮੁੱਖ ਤੌਰ ਤੇ ਕੰਮ ਕਰਦਾ ਹੈ, ਕਿਹੜੇ ਨਿਊਟ੍ਰੀਐਂਟਸ ਕੰਮ ਕਰਦੇ ਨੇ? ਉਹਦੇ ਚ ਆ ਜਾਂਦੇ ਪ੍ਰੋਟੀਨ, ਮਿਨਰਲਸ ਐਂਡ ਵਾਟਰ। ਠੀਕ ਹੈ, ਆਪਣਾ ਜਿਹੜਾ ਸਰੀਰ ਹੈ ਉਹਦੇ ਚ ਸਭ ਤੋਂ ਜ਼ਿਆਦਾ ਜਿਹੜਾ ਮੋਟੇ ਤੌਰ ਤੇ ਅਸੀਂ ਕੀ ਕਹਿੰਦੇ, ਪਾਣੀ ਹੈ ਨਾ। ਪਾਣੀ ਵੀ ਸਾਡੇ ਸਰੀਰ ਦਾ ਇੱਕ ਹਿੱਸਾ ਹੈ, ਜਲ ਤੋਂ ਹੀ ਬਣਿਆ ਸਾਡਾ ਸਰੀਰ। ਤਾਂ ਇਹਦੇ ਚ ਕੀ ਚੀਜ਼ਾਂ ਆ ਗਈਆਂ? ਨਿਰਮਾਣ ਦਾ ਮਤਲਬ ਕੀ ਹੈਗਾ? ਗਰੋਥ ਆਫ ਬੋਡੀ, ਸਰੀਰ ਦਾ ਵਾਧਾ ਔਰ ਉਹਦੀ ਟੁੱਟ ਭੱਜ, ਸਰੀਰ ਦੇ ਅੰਦਰੂਨੀ ਔਰ ਬਾਹਰੀ ਅੰਗਾਂ ਦੀ ਟੁੱਟ ਭੱਜ, ਉਹਨਾਂ ਦੀ ਮੁਰੰਮਤ। ਇਹ ਸਾਰਾ ਕੰਮ ਕੌਣ ਕਰਦੇ ਨੇ? ਇਹ ਕੰਮ ਕਰਦੇ ਨੇ ਪ੍ਰੋਟੀਨ। ਠੀਕ ਹੈ, ਪ੍ਰੋਟੀਨ ਜਿਹੜਾ ਹੈ ਉਹ ਕੀ ਕੰਮ ਕਰਦਾ ਹੈ? ਸਰੀਰ ਨਿਰਮਾਣ ਦਾ ਕੰਮ ਕਰਦਾ ਹੈ, ਬੋਡੀ ਬਿਲਡਿੰਗ ਦਾ ਕੰਮ ਕਰਦਾ ਹੈ। ਠੀਕ ਹੈ, ਨਾਲ ਇਹਦੇ ਹੋਰ ਕੀ ਸਾਥ ਦਿੰਦੇ ਨੇ? ਮਿਨਰਲਸ ਐਂਡ ਵਾਟਰ। ਮਿਨਰਲਸ ਨੂੰ ਸਮਝ ਲਓ, ਤੁਹਾਨੂੰ ਹੋਰ ਸੌਖੇ ਤਰੀਕੇ ਨਾਲ ਸਮਝ ਆ ਜਾਏਗੀ। ਜਿਹੜੇ ਆਪਣੇ ਦੰਦ ਨੇ, ਦੰਦ ਵੀ ਸਭ ਤੋਂ ਮਜ਼ਬੂਤ ਸਾਡੀ ਜਿਹੜੀ ਹੱਡੀ ਹੁੰਦੀ ਨਾ, ਸੌਰੀ, ਸਭ ਤੋਂ ਮਜ਼ਬੂਤ ਅਸੀਂ ਆ ਜਿਹੜੇ ਅਸੀਂ ਗੱਲ ਕਰੀਏ ਅੰਗ ਦੀ, ਤਾਂ ਉੱਥੇ ਸਾਡੇ ਕੋਲੇ ਆ ਜਾਂਦੇ ਨੇ ਦੰਦ, ਜਿਨ੍ਹਾਂ ਦਾ ਇਨੈਮਲ ਸਭ ਤੋਂ ਮਜ਼ਬੂਤ ਹੁੰਦਾ ਹੈ। ਜਿਹੜੇ ਦੰਦਾਂ ਦਾ ਇਨੈਮਲ ਹੁੰਦਾ ਨਾ, ਉੱਪਰ ਜਿਹੜੀ ਪਰਤ ਹੁੰਦੀ, ਉਹ ਸਭ ਤੋਂ ਮਜ਼ਬੂਤ ਹੁੰਦੀ ਹੈ। ਠੀਕ ਹੈ, ਹੋਰ ਇਹ ਦੰਦ ਬਣਦੇ ਕਾਹਦੇ ਨੇ? ਜਾਂ ਸਾਡੀਆਂ ਹੱਡੀਆਂ ਨੇ, ਹੱਡੀਆਂ ਕਾਹਦੀਆਂ ਬਣਦੀਆਂ ਨੇ? ਹੱਡੀਆਂ ਦੇ ਮੇਨ ਚੀਜ਼ ਕੀ ਹੁੰਦੀ ਆ? ਕੈਲਸ਼ੀਅਮ ਤੇ ਫਾਸਫੋਰਸ। ਸਾਡੇ ਜਿਹੜੇ ਦੰਦ ਨੇ ਉਹਨਾਂ ਦੇ ਵਿੱਚ ਫਾਸਫੋਰਸ ਹੁੰਦੀ ਹੈ। ਠੀਕ ਹੈ, ਤੇ ਤੁਹਾਨੂੰ ਇਹ ਚੀਜ਼ ਧਿਆਨ ਚ ਰਹੇਗੀ ਕਿ ਮਿਨਰਲਸ ਦਾ ਮਤਲਬ ਕੀ ਹੈ। ਜੇ ਮਿਨਰਲ ਸਾਡੇ ਸਰੀਰ ਦੇ ਵਿੱਚ ਕਿੱਥੇ ਹੁੰਦੇ ਨੇ? ਜਿਵੇਂ ਅਸੀਂ ਦੰਦਾਂ ਦੀ ਗੱਲ ਕਰਦੇ ਹਾਂ ਜਾਂ ਹੱਡੀਆਂ ਦੀ ਗੱਲ ਕਰਦੇ ਹਾਂ, ਫਾਸਫੋਰਸ ਔਰ ਜਿਹੜੇ ਕੈਲਸ਼ੀਅਮਸ ਨੇ, ਇਹ ਬੋਨਸ ਔਰ ਟੀਥਸ ਨੂੰ ਮਜ਼ਬੂਤ ਕਰਨ ਵਾਸਤੇ, ਉਹਨਾਂ ਦਾ ਨਿਰਮਾਣ ਕਰਨ ਵਾਸਤੇ ਇਹਨਾਂ ਮਿਨਰਲਸ ਦੀ ਲੋੜ ਪੈਂਦੀ ਹੈ। ਠੀਕ ਹੈ ਜੀ, ਇਹ ਚੀਜ਼ ਧਿਆਨ ਚ ਰਹੇਗੀ ਤੁਹਾਡੇ। ਪਹਿਲਾਂ ਅਸੀਂ ਗਰੋਥ ਦੀ ਗੱਲ ਕਰਦੇ ਪਏ ਹਾਂ, ਰਿਪੇਅਰ ਦੀ ਗੱਲ ਕਰਦੇ ਪਏ ਹਾਂ, ਉੱਥੇ ਕੰਮ ਕਰਦਾ ਪ੍ਰੋਟੀਨ। ਠੀਕ ਹੈ, ਔਰ ਬੋਨਸ ਔਰ ਟੀਥ, ਇਹਨਾਂ ਦੇ ਵਿੱਚ ਅਸੀਂ ਜੇ ਗੱਲ ਕਰੀਏ ਕੈਲਸ਼ੀਅਮ ਔਰ ਫਾਸਫੋਰਸ, ਇੱਕ ਉਦਾਹਰਨ ਦੇ ਤੌਰ ਤੇ ਤੁਹਾਨੂੰ ਦੱਸਿਆ ਹੈ ਕੈਲਸ਼ੀਅਮ ਤੇ ਫਾਸਫੋਰਸ। ਦੋ ਕੰਮ ਹੋ ਗਏ ਜੀ ਸਾਡੇ ਕੋਲੇ ਸਰੀਰ ਦੇ ਵਿੱਚ ਭੋਜਨ ਦੇ। ਪਹਿਲਾ ਕੰਮ ਹੋ ਗਿਆ ਊਰਜਾ ਪ੍ਰਦਾਨ ਕਰਨਾ, ਦੂਸਰਾ ਕੰਮ ਆ ਗਿਆ ਇੱਥੇ ਸਰੀਰ ਨਿਰਮਾਣ ਦੇ ਕਾਰਜ। ਠੀਕ ਹੈ, ਬੋਡੀ ਬਿਲਡਿੰਗ।
ਹੁਣ ਫੇਰ ਮੋਟੇ ਤੌਰ ਤੇ ਧਿਆਨ ਦਿਓ, ਅਸੀਂ ਪੜ੍ਹਦੇ ਕੀ ਪਏ ਆ? ਅਸੀਂ ਪੜ੍ਹਦੇ ਪਏ ਆ ਭੋਜਨ ਕੇ ਕਾਰਜ, ਫੰਕਸ਼ਨਸ ਆਫ ਫੂਡ। ਭੋਜਨ ਦੇ ਵਿੱਚ ਕੀ ਕੀ ਚੀਜ਼ਾਂ ਸ਼ਾਮਲ ਹੁੰਦੀਆਂ? 7 ਚੀਜ਼ਾਂ ਸ਼ਾਮਲ ਹੁੰਦੀਆਂ, ਨਿਊਟ੍ਰੀਐਂਟਸ ਸ਼ਾਮਲ ਹੁੰਦੇ ਨੇ। ਫਿਰ ਉਸ ਤੋਂ ਬਾਅਦ ਅਸੀਂ ਕਰਦੇ ਪਏ ਆ ਸਰੀਰਕ ਕਿਰਿਆਤਮਕ ਕਾਰਜ। ਦੇਖੋ ਪਹਿਲਾ ਪੁਆਇੰਟ ਕਰਦੇ ਪਏ ਅਸੀਂ ਅਜੇ ਸਰੀਰਕ ਕਿਰਿਆਤਮਕ ਕਾਰਜ, ਫਿਜ਼ੀਓਲੋਜੀਕਲ। ਫਿਜ਼ੀਓਲੋਜੀਕਲ ਮਤਲਬ ਸਾਡੇ ਸਰੀਰ ਦੇ ਨਾਲ ਸੰਬੰਧਿਤ ਕੰਮ। ਸਰੀਰ ਨਾਲ ਸੰਬੰਧਿਤ ਕੰਮ ਕਿਹੜੇ ਆ ਗਏ? ਉਹਨਾਂ 'ਚ ਪਹਿਲਾ ਆ ਗਿਆ ਊਰਜਾ ਪ੍ਰਦਾਨ ਕਰਨਾ, ਦੂਸਰਾ ਆ ਗਿਆ ਸਰੀਰ ਦੇ ਨਿਰਮਾਣ ਦੇ ਕੰਮ, ਠੀਕ ਹੈ, ਬੋਡੀ ਬਿਲਡਿੰਗ। ਹੁਣ ਇਹਦੇ 'ਚ ਅਸੀਂ ਤੀਸਰਾ ਕਰਾਂਗੇ। ਤੀਸਰਾ ਇਹਦੇ 'ਚ ਹੈਗਾ ਸੁਰੱਖਿਆ ਪ੍ਰਦਾਨ ਕਰਨਾ, ਪ੍ਰੋਟੈਕਟਿਵ ਫੰਕਸ਼ਨ। ਭੋਜਨ ਦੇ ਕੰਮ ਦੇਖੋ ਕੀ ਹੁੰਦੇ ਨੇ, ਕੀ ਕੁਛ ਕਰਦਾ ਭੋਜਨ ਸਾਡੇ ਵਾਸਤੇ। ਪਹਿਲਾਂ ਊਰਜਾ ਦਿੱਤੀ, ਫਿਰ ਉਸ ਤੋਂ ਬਾਅਦ ਸਰੀਰ ਦਾ ਨਿਰਮਾਣ ਕੀਤਾ। ਹੁਣ ਉਹ ਤੀਸਰਾ ਕੰਮ ਕੀ ਆ ਗਿਆ? ਸੁਰੱਖਿਆ ਪ੍ਰਦਾਨ ਕਰਨਾ। ਸੁਰੱਖਿਆ ਪ੍ਰਦਾਨ ਕਰਨ ਦਾ ਮਤਲਬ ਕੀ ਹੈ? ਦੇਖੋ ਜਿਹੜਾ ਸਾਡਾ ਸਰੀਰ ਹੈ ਉਹ ਇੱਕ ਡਾਕਟਰ ਦੇ ਤੌਰ ਤੇ ਵੀ ਕੰਮ ਕਰਦਾ ਹੈ, ਸਾਨੂੰ ਬਿਮਾਰੀਆਂ ਤੋਂ ਆਪਣੇ ਆਪ ਵੀ ਬਚਾਉਂਦਾ ਹੈ ਸਰੀਰ। ਸਾਨੂੰ ਪਤਾ ਲੱਗ ਜਾਂਦਾ ਕਿ ਸਾਡੇ ਸਰੀਰ ਦੇ ਵਿੱਚ ਅਗਰ ਕੋਈ ਗਲਤ ਜੀਵ ਸਾਡੇ ਅੰਦਰ ਆ ਗਿਆ, ਕੋਈ ਗਲਤ ਵਾਇਰਸ ਸਾਡੇ ਅੰਦਰ ਆ ਗਿਆ, ਸਾਡਾ ਸਰੀਰ ਸਾਨੂੰ ਉਸੇ ਵੇਲੇ ਇੰਟੀਮੇਟ ਕਰ ਦਿੰਦਾ। ਜਿਹੜਾ ਬੁਖਾਰ ਹੋਣਾ, ਬੁਖਾਰ ਹੋਣਾ ਕੀ ਹੈ? ਬੁਖਾਰ ਇੱਕ ਸੰਕੇਤ ਦੇ ਤੌਰ ਤੇ ਕੰਮ ਕਰਦਾ ਹੈ ਕਿ ਹਾਂ ਸਾਡੇ ਸਰੀਰ ਦੇ ਵਿੱਚ ਕੋਈ ਹਰਕਤ ਹੋਈ, ਗਲਤ ਹਰਕਤ ਹੋ ਗਈ, ਬੁਖਾਰ ਹੋ ਕੇ ਸਾਨੂੰ ਸੰਕੇਤ ਮਿਲਦਾ ਹੈ। ਤਾਂ ਹੁਣ ਦੇਖੋ ਰੋਗ ਨਿਰੋਧਕ क्षमता। ਰੋਗ ਨਿਰੋਧਕ क्षमता ਦਾ ਮਤਲਬ ਕੀ ਹੈ? ਉਹ ਸ਼ਕਤੀ ਜਿਹੜੀ ਸਾਨੂੰ ਰੋਗਾਂ ਤੋਂ ਬਚਾਅ ਵਾਸਤੇ ਜ਼ਰੂਰੀ ਹੁੰਦੀ ਹੈ, ਰੋਗਾਂ ਤੋਂ ਸਾਨੂੰ ਬਚਾਉਂਦੀ ਹੈ। ਤਾਂ ਭੋਜਨ ਦੇ ਇਹ ਵੀ ਕੰਮ ਨੇ ਜਿਹੜੇ ਸਾਨੂੰ ਭੋਜਨ ਜਿਹੜਾ ਭੋਜਨ ਹੈ ਸਾਡਾ ਉਹ ਸਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ। ਇਹਦੇ ਵਿੱਚ ਦੇਖੋ ਜਿਵੇਂ ਜਿਹੜੇ ਮਿਨਰਲਸ ਹੈਗੇ ਨੇ, ਕੈਲਸ਼ੀਅਮ, ਫਾਸਫੋਰਸ, ਵਿਟਾਮਿਨ ਸਾਰੇ ਇਹਦੇ ਵਿੱਚ ਆ ਗਏ। ਇਹ ਸਾਰੇ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਨੇ। ਜੇ ਸਾਡੇ ਸਰੀਰ ਦੇ ਵਿੱਚ ਵਿਟਾਮਿਨ ਜਿਹੜੇ ਹੈਗੇ ਜਾਂ ਮਿਨਰਲ ਜਿਹੜੇ ਹੈਗੇ ਨੇ ਉਹ ਪ੍ਰਿਆਪਤ ਮਾਤਰਾ ਦੇ ਵਿੱਚ ਜਾ ਰਹੇ ਨੇ, ਸਾਨੂੰ ਮਿਲ ਰਹੇ ਨੇ, ਤਾਂ ਉਹ ਸਾਰੇ ਜਿਹੜੇ ਹੈਗੇ ਨੇ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਨੇ। ਹੁਣ ਇੱਕ ਚੀਜ਼ ਹੋਰ ਧਿਆਨ ਦੇਣ ਵਾਲੀ ਇੱਥੇ ਹੈ ਕਿ ਇਹਨਾਂ ਨੂੰ ਸਾਡਾ ਸਰੀਰ ਨਾ ਆਪਣੇ ਆਪ ਪੈਦਾ ਨਹੀਂ ਕਰ ਸਕਦਾ। ਜਿਵੇਂ ਵਿਟਾਮਿਨਸ ਹੋ ਗਏ, ਜਿਹੜੇ ਵਿਟਾਮਿਨਸ ਹੈਗੇ ਨੇ, ਇਹ ਸਾਡਾ ਸਰੀਰ ਆਪਣੇ ਆਪ ਪੈਦਾ ਨਹੀਂ ਕਰ ਸਕਦਾ। ਇਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਉਹਨੂੰ ਬਾਹਰੀ ਡਾਈਟ ਦੇ ਉੱਤੇ ਨਿਰਭਰ ਰਹਿਣਾ ਪੈਂਦਾ ਹੈ। ਇਸੇ ਵਾਸਤੇ ਆਪਾਂ ਕਹਿੰਦੇ ਨਾ ਕਿ ਖੱਟੇ ਫਲ ਜਿਹੜੇ ਉਹ ਖਾਣੇ ਚਾਹੀਦੇ। ਉਹਨਾਂ 'ਚ ਸਭ ਤੋਂ ਜ਼ਿਆਦਾ ਕਿਹੜਾ ਵਿਟਾਮਿਨ ਹੁੰਦਾ ਹੈ? ਯਾਦ ਰੱਖਣਾ ਤੁਸੀਂ, ਵਿਟਾਮਿਨ ਸੀ। ਵਿਟਾਮਿਨ ਸੀ ਖੱਟੇ ਫਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ। ਜਿਹੜਾ ਵਿਟਾਮਿਨ ਏ ਹੈ, ਮੁੱਖ ਤੌਰ ਤੇ ਆਪਾਂ ਕਹਿੰਦੇ ਕਿ ਐਪਲ ਵਗੈਰਾ ਦੇ ਵਿੱਚ, ਸੇਬ ਦੇ ਵਿੱਚ ਜ਼ਿਆਦਾ ਵਿਟਾਮਿਨਸ ਏ ਹੁੰਦੇ ਨੇ। ਔਰ ਵਿਟਾਮਿਨ ਏ ਦੀ ਘਾਟ ਨਾਲ ਕਿਹੜਾ ਰੋਗ ਹੋ ਜਾਂਦਾ? ਇਹ ਵੀ ਯਾਦ ਕਰਨੇ ਨਾਲ ਨਾਲ ਆਪਾਂ ਕਾਮਨ ਚੀਜ਼ਾਂ ਆਈਆਂ ਨੇ। ਵਿਟਾਮਿਨ ਏ ਦੀ ਘਾਟ ਕਰਕੇ ਹਾਂ ਅੰਧਰਾਤਾ ਹੋ ਜਾਂਦਾ ਹੈ, ਠੀਕ ਹੈ, ਅੰਧਰਾਤਾ ਹੋ ਜਾਂਦਾ ਹੈ, ਹਾਂ। ਔਰ ਵਿਟਾਮਿਨ ਸੀ ਦੇ ਕਰਕੇ, ਵਿਟਾਮਿਨ ਸੀ ਦੀ ਘਾਟ ਕਰਕੇ ਸਕਰਵੀ, ਠੀਕ ਹੈ, ਵਿਟਾਮਿਨ ਸੀ ਦੀ ਘਾਟ ਕਰਕੇ ਹੋ ਜਾਂਦਾ ਸਕਰਵੀ। ਆਇਓਡੀਨ ਦੀ ਘਾਟ ਕਰਕੇ ਗੋਇਟਰ, ਗਲਗੰਡ ਜਿਹਨੂੰ ਆਪਾਂ ਕਹਿ ਦਿੰਦੇ ਆ, ਗਲਗੰਡ, ਹਾਂ, ਗੋਇਟਰ, ਠੀਕ ਹੈ। ਕੈਲਸ਼ੀਅਮ, ਫਾਸਫੋਰਸ ਤੇ ਵਿਟਾਮਿਨ ਡੀ ਦੀ ਘਾਟ ਕਰਕੇ ਰਿਕੇਟਸ ਹੋ ਜਾਂਦਾ। ਰਿਕੇਟਸ, ਹੱਡੀਆਂ ਵਿੰਗੀਆਂ ਟੇਢੀਆਂ ਹੋ ਜਾਂਦੀਆਂ, ਰਿਕੇਟਸ ਦੀ ਪ੍ਰੋਬਲਮ ਹੋ ਜਾਂਦੀ ਕੈਲਸ਼ੀਅਮ, ਫਾਸਫੋਰਸ, ਵਿਟਾਮਿਨ ਡੀ ਦੀ ਘਾਟ ਕਰਕੇ। ਤਾਂ ਹੁਣ ਇਹ ਚੀਜ਼ ਤੁਹਾਡੇ ਧਿਆਨ ਦੇ ਵਿੱਚ ਆ ਗਈ। ਭੋਜਨ ਹੋਰ ਕਿਹੜਾ ਕੰਮ ਕਰਦਾ? ਰੋਗ ਨਿਰੋਧਕ क्षमता। ਭੋਜਨ ਸਾਡੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਸਾਨੂੰ ਤਾਕਤ ਬਖਸ਼ਦਾ ਹੈ, ਸ਼ਕਤੀ ਦਿੰਦਾ ਹੈ। ਜੇ ਇਸ ਭੋਜਨ ਦੇ ਵਿੱਚ ਸਹੀ ਮਾਤਰਾ ਦੇ ਵਿੱਚ ਮਿਨਰਲਸ ਔਰ ਵਿਟਾਮਿਨਸ ਹੋਣ ਤਾਂ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਜੇਕਰ ਇਹਨਾਂ ਦੀ ਘਾਟ ਹੋਵੇ ਤਾਂ ਕਈ ਤਰ੍ਹਾਂ ਦੇ ਰੋਗ ਵੀ ਸਰੀਰ ਨੂੰ ਲੱਗ ਜਾਂਦੇ ਨੇ। ਤੇ ਉੱਥੇ ਤੁਸੀਂ ਇਹਨਾਂ ਦੀ ਉਦਾਹਰਨ ਦੇ ਸਕਦੇ ਹੋ ਜਿਹੜੀਆਂ ਆਪਾਂ ਉਦਾਹਰਨਾਂ ਕੀਤੀਆਂ। ਆਇਰਨ ਦੀ ਘਾਟ ਕਰਕੇ ਸਭ ਤੋਂ ਜ਼ਿਆਦਾ ਕੀ ਪ੍ਰੋਬਲਮ ਆ ਜਾਂਦੀ? ਅਨੀਮੀਆ ਪ੍ਰੋਬਲਮ ਆ ਜਾਂਦੀ। ਅਨੀਮੀਆ ਸਭ ਤੋਂ ਜ਼ਿਆਦਾ ਕਿਹਨਾਂ ਦੇ ਵਿੱਚ ਹੁੰਦਾ ਹੈ? ਮੇਨ ਤੌਰ ਤੇ ਲੇਡੀਜ਼ ਦੇ ਵਿੱਚ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਅਨੀਮੀਆ ਦੀ। ਛੋਟੇ ਬੱਚਿਆਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਅਨੀਮੀਆ ਦੀ, ਖੂਨ ਦੀ ਘਾਟ ਜਿਹਨੂੰ ਆਪਾਂ ਕਹਿ ਦਿੰਦੇ ਆ। ਕਲੀਅਰ ਹੈ ਜੀ? 3 ਪੁਆਇੰਟ ਹੋ ਗਏ ਆਪਣੇ ਕੋਲੇ। ਪਹਿਲਾ ਊਰਜਾ ਪ੍ਰਦਾਨ ਕਰਨਾ, ਦੂਸਰਾ ਆਪਣੇ ਕੋਲੇ ਆ ਗਿਆ ਸਰੀਰ ਨਿਰਮਾਣ, ਤੀਸਰਾ ਆਪਣੇ ਕੋਲੇ ਆ ਗਿਆ ਸੁਰੱਖਿਆ ਪ੍ਰਦਾਨ ਕਰਨਾ ਜਾਂ ਪ੍ਰੋਟੈਕਟਿਵ ਫੰਕਸ਼ਨ, ਬਚਾਉਣਾ, ਸਰੀਰ ਨੂੰ ਬਚਾਉਣਾ। ਚੌਥਾ ਆਪਣੇ ਕੋਲੇ ਆ ਗਿਆ ਨਿਯੰਤਰਣ ਕਰਨਾ, ਰੈਗੂਲੇਟਰੀ ਫੰਕਸ਼ਨਸ। ਚੌਥਾ ਪੁਆਇੰਟ ਆ ਗਿਆ, ਇਹ ਫਿਜ਼ੀਓਲੋਜੀਕਲ ਫੰਕਸ਼ਨ ਪੜ੍ਹਦੇ ਪਏ ਆਪਾਂ। ਸਰੀਰਕ ਕਿਰਿਆਤਮਕ ਕਾਰਜ ਹੈ, ਸਰੀਰ ਦੀਆਂ ਕਿਰਿਆਵਾਂ ਦੇ ਨਾਲ ਸੰਬੰਧਿਤ ਕੰਮ। ਰੈਗੂਲੇਟਰੀ ਫੰਕਸ਼ਨਸ, ਦੇਖੋ ਰੈਗੂਲੇਟਰੀ ਫੰਕਸ਼ਨ ਦਾ ਕੀ ਮਤਲਬ ਹੈਗਾ? ਰੈਗੂਲੇਟ ਕਰਨਾ। ਰੈਗੂਲੇਟ ਕੀ ਹੁੰਦਾ? ਜਿਵੇਂ ਤੁਹਾਡੇ ਪੱਖੇ ਦਾ ਰੈਗੂਲੇਟਰ ਹੁੰਦਾ, ਠੀਕ ਹੈ, ਘਰਾਂ ਦੇ ਵਿੱਚ ਪੱਖੇ ਲੱਗੇ ਹੋਏ ਨੇ, ਸਾਰੇ ਘਰਾਂ ਦੇ ਵਿੱਚ ਪੱਖੇ ਲੱਗੇ ਨੇ, ਪੱਖਿਆਂ ਦਾ ਇੱਕ ਰੈਗੂਲੇਟਰ ਹੁੰਦਾ। ਰੈਗੂਲੇਟਰ ਦਾ ਕੀ ਕੰਮ ਹੁੰਦਾ? ਪੱਖੇ ਨੂੰ ਵਧਾਉਣਾ ਘਟਾਉਣਾ। ਰੈਗੂਲੇਟ ਕਰਨਾ ਮਤਲਬ ਕੰਟਰੋਲ ਕਰਨਾ ਕਿਸੇ ਚੀਜ਼ ਨੂੰ। ਤਾਂ ਹੁਣ ਇੱਥੇ ਵੀ ਕੀ ਹੈਗਾ? ਹਾਂ,
ਇੱਥੇ ਵੀ ਕੀ ਚੀਜ਼ਾਂ ਆਈਆਂ ਨੇ, ਸਰੀਰ ਦੇ ਵਿੱਚ ਕਈ ਕੰਮ ਹੋ ਰਹੇ ਨੇ, ਕਈ ਐਕਟੀਵਿਟੀਜ਼ ਹੋ ਰਹੀਆਂ ਨੇ, ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਵੀ ਸਾਨੂੰ ਭੋਜਨ ਦੀ ਲੋੜ ਪੈਂਦੀ ਹੈ। ਠੀਕ ਹੈ, ਜਦੋਂ ਅਸੀਂ ਇਹਨਾਂ ਚੀਜ਼ਾਂ ਸਮਝਾਂਗੇ ਨਾ, ਫਿਰ ਸਾਨੂੰ ਹੌਲੀ ਹੌਲੀ ਕਲੀਅਰ ਹੋਏਗਾ ਕਿੰਨਾ ਕੁਛ, ਕਿੰਨੇ ਵਰਤਾਰੇ ਸਾਡੇ ਅੰਦਰ ਵਾਪਰਦੇ ਨੇ ਔਰ ਉਹਨਾਂ ਦੇ ਵਿੱਚ ਭੋਜਨ ਕਿਵੇਂ ਕਿਵੇਂ ਕੰਮ ਕਰਦਾ ਹੈ। ਇੱਥੇ ਦੇਖੋ ਮੈਂ ਲਿਖਿਆ ਹੋਇਆ, ਪਹਿਲਾ ਹੈਗਾ ਮੈਟਾਬੋਲਿਕ ਐਕਟੀਵਿਟੀਜ਼ ਵਿੱਚ ਸਹਾਇਕ। ਹਾਂ, ਮੈਟਾਬੋਲਿਕ ਦਾ ਮਤਲਬ ਕੀ ਹੈ? ਮੈਟਾਬੋਲਿਕ ਐਕਟੀਵਿਟੀਜ਼ ਕੀ ਹੁੰਦੀਆਂ ਨੇ? ਜਿਹਨਾਂ ਨੂੰ ਅਸੀਂ ਪਾਚਨ ਦੇ ਨਾਲ ਸੰਬੰਧਿਤ ਗੱਲਾਂ ਕਰੀਏ, ਜੇ ਪਾਚਨ ਦੇ ਨਾਲ ਸੰਬੰਧਿਤ ਗੱਲ ਕਰੀਏ, ਮੈਟਾਬੋਲਿਕ ਮਤਲਬ ਭੋਜਨ ਨੂੰ ਪਚਾਉਣ ਦੇ ਵਿੱਚ। ਇੱਥੇ ਤੁਹਾਡੇ ਕੋਲ ਸ਼ਬਦ ਕਈ ਵਾਰੀ ਲਿਖਿਆ ਹੁੰਦਾ ਹੈ ਚਯਾਪਚਯਨ। ਠੀਕ ਹੈ, ਚਯਾਪਚਯਨ ਹਿੰਦੀ ਦੇ ਸ਼ਬਦ ਲਿਖਿਆ ਹੁੰਦਾ, ਉਹਦਾ ਮਤਲਬ ਕੀ ਹੈ ਕਿ ਭੋਜਨ ਨੂੰ ਪਚਾਉਣ ਦੇ ਵਿੱਚ ਸਹਾਇਕ, ਭੋਜਨ ਦੇ ਪਾਚਨ ਕਿਰਿਆ ਦੇ ਵਿੱਚ ਸਹਾਇਕ ਹੁੰਦਾ ਹੈ। ਜਿਹੜੀ ਦੇਖੋ ਇਹਦੇ ਵਿੱਚ ਵੀ ਹੁੰਦੇ, ਭੋਜਨ ਆਪਣੇ ਆਪ ਨਹੀਂ ਪਚਦਾ, ਉਹਨੂੰ ਪਚਾਉਣ ਵਾਸਤੇ ਕਈ ਤਰ੍ਹਾਂ ਦੇ ਸਰੀਰ ਦੇ ਵਿੱਚ ਲਾਰਜ਼ ਲੱਗਦੀਆਂ ਨੇ, ਕਈ ਤਰ੍ਹਾਂ ਦੇ ਰਸ ਮਿਲਦੇ ਨੇ, ਉਹਨਾਂ ਨੂੰ, ਉਹਨਾਂ ਦੇ ਮਿਲਣ ਕਰਕੇ ਭੋਜਨ ਪਚਦਾ ਹੈ ਸਾਡੇ ਸਰੀਰ ਦੇ ਵਿੱਚ ਜਾ ਕੇ। ਉਹ ਅੱਗੇ ਪੜਾਂਗੇ ਆਪਾਂ ਕਿਵੇਂ ਕਿਵੇਂ ਭੋਜਨ ਪਚਦਾ ਹੈ। ਹੁਣ ਇਹਦੇ ਵਿੱਚ ਦੇਖੋ, ਜੇ ਸਾਡੇ ਸਰੀਰ ਦੇ ਵਿੱਚ ਵਾਟਰ ਨਾ ਹੋਵੇ, ਪਾਣੀ ਨਾ ਹੋਵੇ, ਠੀਕ ਹੈ, ਤਾਂ ਭੋਜਨ ਕਦੇ ਵੀ ਪਚ ਨਹੀਂ ਸਕਦਾ। ਪਾਣੀ ਦੀ ਮਾਤਰਾ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ, ਕਿਉਂਕਿ ਪਾਣੀ ਦ੍ਰਵ ਤੋਂ ਬਿਨਾ, ਹਾਂ, ਦ੍ਰਵ ਤੋਂ ਬਿਨਾ ਭੋਜਨ ਜਿਹੜਾ ਹੈ ਉਹਨੂੰ ਪਚਾਇਆ ਨਹੀਂ ਜਾ ਸਕਦਾ। ਇਸ ਤੋਂ ਇਲਾਵਾ ਫਾਈਬਰ ਜਿਹੜੇ ਹੁੰਦੇ ਨੇ, ਰੇਸ਼ੇ ਜਿਹੜੇ ਹੁੰਦੇ ਨੇ, ਉਹ ਭੋਜਨ ਨੂੰ ਪਚਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਮਦਦ ਕਰਦੇ ਨੇ। ठीक है, ये भी आप आगे पढ़ना है, पर इत्थे तुसी मोटे तौर पे याद रखना कि मेटाबॉलिक एक्टिविटीज में सहायक होता है। ਇਹਦੇ ਚ ਕੀ ਆ ਜਾਂਦਾ? ਵਿਟਾਮਿਨਸ, ਮਿਨਰल्स, ਵਾਟਰ ਐਂਡ ਫਾਈਬਰਸ, ਇਹ ਸਾਡੇ ਭੋਜਨ ਦੇ ਵਿੱਚ ਸ਼ਾਮਲ ਹੋਣੇ ਚਾਹੀਦੇ ਨੇ, ਨਹੀਂ ਤੇ ਭੋਜਨ ਦਾ ਪਚਾਉਣਾ ਮੁਸ਼ਕਲ ਹੋ ਜਾਂਦਾ ਹੈ। ਫਿਰ ਹੈਗਾ ਐਸਿਡ ਐਂਡ ਬੇਸ, ਅਮਲ ਔਰ ਖਸ਼ਾਰ। ਹਿੰਦੀ ਚ ਖਸ਼ਾਰ ਤੇ ਅਮਲ ਕਹਿੰਦੇ ਆ, ਇੰਗਲਿਸ਼ ਵਿੱਚ ਐਸਿਡ ਐਂਡ ਬੇਸ। ਐਸਿਡ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਈ ਕਿ ਹੁਣ ਅੱਜ ਕੱਲ੍ਹ ਹਰ ਇੱਕ ਨੂੰ ਹੋ ਜਾਂਦਾ, ਠੀਕ ਹੈ, ਹਰ ਇੱਕ ਦੇ ਸਰੀਰ ਦੇ ਵਿੱਚ ਤੇਜ਼ਾਬ ਬਣਨਾ ਸ਼ੁਰੂ ਹੋ ਚੁੱਕਾ ਹੈ। ਤਾਂ ਉਹ ਐਸਿਡ ਕਿਉਂ ਬਣਦਾ ਹੈ? ਐਸਿਡ ਬਣਦਾ ਹੈ ਕਿ ਜਦੋਂ ਸਾਡਾ ਭੋਜਨ ਜਿਹੜਾ ਹੈਗਾ ਉਹਨੂੰ ਖਾਣ ਪੀਣ ਦਾ ਤਰੀਕਾ ਬਦਲ ਜਾਂਦਾ, ਢੰਗ ਤਰੀਕਾ ਬਦਲ ਜਾਂਦਾ, ਜਾਂ ਅਸੀਂ ਕੋਈ ਗਲਤ ਮਲਤ ਚੀਜ਼ ਖਾ ਲੈਂਦੇ ਹਾਂ, ਤਾਂ ਸਾਡੇ ਸਰੀਰ ਦੇ ਵਿੱਚ ਐਸਿਡ ਵੱਧ ਜਾਂਦਾ ਹੈ। ਸਾਡੇ ਸਰੀਰ ਦੇ ਵਿੱਚ ਹਰ ਵੇਲੇ ਐਸਿਡ ਅਤੇ ਖਸ਼ਾਰ, ਇਹ ਦੋ ਚੀਜ਼ਾਂ ਹੁੰਦੀਆਂ ਨੇ। ਸਾਇੰਸ ਜਿਹੜੇ ਟੌਪਿਕ ਜਿਹੜੇ ਪੜ੍ਹੇ ਉਹਨਾਂ ਨੂੰ ਥੋੜਾ ਬਹੁਤਾ ਪਤਾ ਹੋਏਗਾ ਇਸ ਚੀਜ਼ ਬਾਰੇ। ਐਸਿਡ ਐਂਡ ਬੇਸ ਦੋ ਚੀਜ਼ਾਂ ਹੁੰਦੀਆਂ ਨੇ, ਠੀਕ ਹੈ। ਤੇ ਇਹਨਾਂ ਦਾ ਨਾ ਦੇਖੋ ਮਾਤਰਾ ਸਹੀ ਸਹੀ ਹੋਣੀ ਚਾਹੀਦੀ ਸਰੀਰ ਦੇ ਵਿੱਚ। ਜੇ ਇੱਕ ਚੀਜ਼ ਦੀ ਮਾਤਰਾ ਵੱਧ ਜੇ, ਐਸਿਡ ਵੱਧ ਜੇ, ਬੇਸ ਵੱਧ ਜੇ, ਤਾਂ ਉਹ ਅਸੰਤੁਲਨ ਦੀ ਹਾਲਤ ਹੋ ਜਾਂਦੀ ਹੈ। ਇਸ ਲਈ ਇਹਨਾਂ ਦੋਨਾਂ ਨੂੰ ਬੈਲੈਂਸ ਕਰਨ ਵਾਸਤੇ ਭੋਜਨ ਦੀ ਲੋੜ ਹੁੰਦੀ ਹੈ। ਹਾਂ, ਡਾਈਜੈਸਟ ਨਹੀਂ ਹੁੰਦਾ। ਫਿਰ ਉਸ ਤੋਂ ਅੱਗੇ ਹੈਗਾ ਬਲੱਡ ਸਰਕੂਲੇਸ਼ਨ। ਦੇਖੋ ਬਲੱਡ ਸਰਕੂਲੇਸ਼ਨ, ਹਾਰਟ ਬੀਟ, ਔਰ ਤੀਸਰਾ ਪੁਆਇੰਟ ਲਿਖਿਆ ਹੈ ਮੈਂ ਕਲॉटिंग, ब्लड क्लॉट। ਬਲੱਡ ਸਰਕੂਲੇਸ਼ਨ ਵਾਸਤੇ, ਹਾਰਟ ਬੀਟ ਵਾਸਤੇ ਤੇ ਕਲॉटिंग ਵਾਸਤੇ। ਦੇਖੋ ਆਪਾਂ ਬਲੱਡ ਸਰਕੂਲੇਸ਼ਨ ਪਿੱਛੇ ਪੜ੍ਹ ਚੁੱਕੇ ਨਾ, ਆਪਾਂ ਪਹਿਲਾ ਪੁਆਇੰਟ ਦੇਖੋ ਪੜਿਆ, ਜਿੱਥੇ ਅਸੀਂ ਗੱਲ ਕੀਤੀ ਇੱਛਕ ਅਤੇ ਅਨਿੱਛਕ ਕਿਰਿਆਵਾਂ। ਤਾਂ ਇਹ ਕੀ ਹੈਗੀਆਂ ਨੇ? ਕਿਹੜੀਆਂ ਕਿਰਿਆਵਾਂ ਨੇ? ਹਾਰਟ ਬੀਟ ਹੋਣਾ, ਬਲੱਡ ਸਰਕੂਲੇਸ਼ਨ ਹੋਣਾ, ਜਿਨ੍ਹਾਂ ਤੇ ਸਾਡਾ ਕੰਟਰੋਲ ਨਹੀਂ ਹੈਗਾ, ਠੀਕ ਹੈ। ਇਨਵਲੰਟਰੀ ਐਕਟੀਵਿਟੀਜ਼ ਜਿਹੜੀਆਂ ਆਪਣੇ ਆਪ ਹੋ ਰਹੀਆਂ ਨੇ, ਤੇ ਜਿਹੜੀਆਂ ਆਪਣੇ ਆਪ ਵੀ ਹੋ ਰਹੀਆਂ ਨੇ, ਉਹ ਵੀ ਤਾਂ, ਉਹਨਾਂ ਨੂੰ ਤਾਂ ਊਰਜਾ ਦੀ ਲੋੜ ਹੁੰਦੀ ਹੈ ਨਾ, ਉਹਨਾਂ ਨੂੰ ਵੀ ਤਾਂ ਊਰਜਾ ਦੀ ਲੋੜ ਹੁੰਦੀ ਹੈ। ਤੇ ਊਰਜਾ ਕਿੱਥੋਂ ਮਿਲਦੀ ਆ? ਭੋਜਨ ਤੋਂ। ਠੀਕ ਹੈ ਜੀ, ਤਾਂ ਰੈਗੂਲੇਟਰੀ ਫੰਕਸ਼ਨ ਹੋ Excuse me, ਗਿਆ। sir. ਔਰ ਇਹਦੇ ਵਾਸਤੇ ਹਾਂਜੀ Sir, we have to rejoin or not, as 7 minutes are left in our class. ਆਪਾਂ ਕੰਪਾਈਲ ਕਰ ਲਾਂਗੇ ਇਹਦੇ ਵਿੱਚ ਹੀ, 7 ਮਿੰਟ ਦੇ ਵਿੱਚ ਕਰ ਲੈਣਾ ਆਪਾਂ ਖਤਮ। Okay, sir, so there is no need to rejoin. No need to rejoin. Okay. Yes. ਹਾਂਜੀ, ਜਲਦੀ ਜਲਦੀ ਕਰੀਏ ਫਿਰ ਆਪਾਂ ਇਹਨੂੰ। ਬਲੱਡ ਸਰਕੂਲੇਸ਼ਨ, ਹਾਰਟ ਬੀਟ, ਕਲॉटिंग। ਕਲॉटिंग ਕੀ ਹੁੰਦਾ? ਖੂਨ ਦਾ ਥੱਕਾ ਜੰਮਣਾ। ਦੇਖੋ ਸਾਡੇ ਬਲੱਡ ਦੇ ਵਿੱਚ ਜਦੋਂ ਕਿਤੇ ਕੱਟ ਲੱਗਦਾ, ਮੰਨ ਲਓ ਕਿਤੇ ਹੱਥ ਤੇ ਜਾਂ ਕਿਤੇ ਪੈਰ ਤੇ ਕੱਟ ਲੱਗ ਗਿਆ, ਥੋੜੇ ਚਿਰ ਬਾਅਦ ਖੂਨ ਆਪਣੇ ਆਪ ਜੰਮ ਜਾਂਦਾ ਹੈ। ਔਰ ਜਿਹੜਾ ਖੂਨ ਜੰਮਦਾ ਹੈ, ਉਹ ਕਿਉਂ ਜੰਮਦਾ ਹੈ? ਮੋਟੇ ਤੌਰ ਤੇ ਦਿਮਾਗ ਦੇ ਵਿੱਚ ਬਿਠਾ ਲਓ ਇਸ ਚੀਜ਼ ਨੂੰ। ਖੂਨ ਕਿਉਂ ਜੰਮਦਾ? ਕਿਉਂਕਿ ਸਾਡੇ ਖੂਨ ਦੇ ਵਿੱਚ ਵਿਟਾਮਿਨ ਕਿਹੜਾ ਹੁੰਦਾ ਹੈ? ਕੇ। ਜਿਨ੍ਹਾਂ ਲੋਕਾਂ ਦੇ ਵਿੱਚ ਵਿਟਾਮਿਨ ਕੇ ਦੀ ਘਾਟ ਹੁੰਦੀ ਹੈ, ਉਹਨਾਂ ਦੇ ਖੂਨ ਦਾ ਥੱਕਾ ਨਹੀਂ ਜੰਮਦਾ, ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ। ਹਾਂ, ਮਹਾਰਾਣੀ ਵਿਕਟੋਰੀਆ, ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ, ਉਹਨਾਂ ਦੇ ਖਾਨਦਾਨ ਦੇ ਵਿੱਚ ਵਿਟਾਮਿਨ ਕੇ ਦੀ ਘਾਟ ਹੈ, ਉਹਨਾਂ ਦੇ ਵਿੱਚ ਖੂਨ ਦਾ ਥੱਕਾ ਨਹੀਂ ਜੰਮਦਾ। ਇਹ ਉਹਨਾਂ ਦੀ ਹੈਰੀਡਿਟੀ ਪ੍ਰੋਬਲਮ ਹੈਗੀ ਆ। ਕਲॉटिंग ਯਾਦ ਰੱਖਣੀ ਆ, ਵਿਟਾਮਿਨ ਕੇ, ਠੀਕ ਹੈ। ਤੇ ਵਿਟਾਮਿਨ ਕੇ ਕਿੱਥੋਂ ਮਿਲੂਗਾ? ਵਿਟਾਮਿਨ ਕੇ ਕਿੱਥੋਂ ਮਿਲੂਗਾ? ਭੋਜਨ ਤੋਂ ਮਿਲੇਗਾ। ਤਾਂ ਭੋਜਨ ਦਾ ਇਹ ਕੰਮ ਇਹ ਵੀ ਹੋ ਗਿਆ ਨਾ,
ਖੂਨ ਦਾ ਥੱਕਾ ਜਮਾਉਣਾ ਉਹ ਵੀ ਕੌਣ ਜਮਾਉਂਦਾ? ਭੋਜਨ ਹੀ ਜਮਾਉਂਦਾ ਹੈ। ਅੱਗੇ ਆ ਗਿਆ ਪਾਚਨ ਔਰ ਅਵਸ਼ੋਸ਼ਣ, ਡਾਈਜੈਸ਼ਨ ਐਂਡ ਅਬਜ਼ੌਰਪਸ਼ਨ। ਇਹ ਆਪਾਂ ਟੌਪਿਕ ਸਾਰਾ ਅੱਗੇ ਪੜਾਂਗੇ, ਸਾਰਾ ਅੱਗੇ ਡਿਟੇਲ ਦੇ ਵਿੱਚ ਵੀ ਆਏਗਾ, ਪਰ ਇੱਥੇ ਆਪਾਂ ਸਮਝ ਲੈਣਾ ਕਿ ਭੋਜਨ ਨੂੰ ਪਚਾਉਣ ਵਿੱਚ ਵੀ ਭੋਜਨ ਦੇ ਕਈ ਅੰਗਾਂ ਦਾ ਜ਼ਰੂਰਤ ਹੁੰਦੀ ਹੈ। ਜਿਵੇਂ ਅਸੀਂ ਫਾਈਬਰ ਦੀ ਗੱਲ ਕੀਤੀ, ਫਾਈਬਰ ਜਿਹੜੇ ਹੁੰਦੇ ਨੇ ਰੇਸ਼ੇ, ਜਿਵੇਂ ਅਸੀਂ ਕਹਿੰਦੇ ਆ ਕਿ ਭੋਜਨ ਦੇ ਨਾਲ ਸਾਨੂੰ ਸਲਾਦ ਖਾਣਾ ਚਾਹੀਦਾ ਹੈ। ਸਲਾਦ ਜਿਹੜਾ ਹੈਗਾ ਉਹ ਕੀ ਕਰਦਾ ਹੈ ਕਿ ਸਾਡੇ ਭੋਜਨ ਨੂੰ ਪਚਾਉਣ ਦੇ ਵਿੱਚ ਸਹਾਇਤਾ ਕਰਦਾ ਹੈ। ਉਹ ਰੇਸ਼ੇ ਹੁੰਦੇ ਨੇ, ਫਾਈਬਰਸ। ਉਸ ਤੋਂ ਬਾਅਦ ਹੈਗਾ ਟੈਂਪਰੇਚਰ ਮੇਨਟੇਨ, ਸਾਡੇ ਸਰੀਰ ਦਾ ਜਿਹੜਾ ਤਾਪਮਾਨ ਹੈ ਉਹਨੂੰ ਮੇਨਟੇਨ ਕਰਨ ਵਾਸਤੇ, ਕਿਉਂਕਿ ਦੇਖੋ ਜਿਹੜੇ ਭੋਜਨ ਖਾਂਦੇ ਆ ਗਰਮੀ ਪੈਦਾ ਹੁੰਦੀ ਹੈ, ਊਰਜਾ ਪੈਦਾ ਹੁੰਦੀ ਹੈ, ਠੀਕ ਹੈ। ਤੇ ਸਰੀਰ ਦੇ ਤਾਪਮਾਨ ਨੂੰ ਮੇਨਟੇਨ ਰੱਖਦਾ ਹੈ ਭੋਜਨ। ਪਾਣੀ ਅਸੀਂ ਪੀਂਦੇ, ਪਾਣੀ ਵੀ ਕੀ ਹੈ? ਭੋਜਨ ਹੈ। ਸਾਡੇ ਸਰੀਰ ਦੇ ਤਾਪਮਾਨ ਨੂੰ ਮੇਨਟੇਨ ਰੱਖਣ ਦੇ ਵਿੱਚ ਪਾਣੀ ਦਾ ਬਹੁਤ ਵੱਡਾ ਯੋਗਦਾਨ ਹੈ। ਅੱਗੇ ਹੈ ਵੇਸਟ ਐਕਸਟ੍ਰੈਕਸ਼ਨ, ਜਿਹੜਾ ਮਲ ਦਾ ਸਾਡੇ ਸਰੀਰ ਦੇ ਵਿੱਚੋਂ ਜਿਹੜੇ ਦੇਖੋ ਜਿਹੜੇ ਜਦੋਂ ਭੋਜਨ ਪਚਦਾ ਹੈ ਤਾਂ ਉਹਦੇ ਵਿੱਚ ਕਈ ਇਸ ਤਰ੍ਹਾਂ ਦੇ ਜ਼ਹਿਰੀਲੇ ਤੱਤਵ ਵੀ ਹੁੰਦੇ ਨੇ ਜਿਨ੍ਹਾਂ ਦੀ ਸਾਡੇ ਸਰੀਰ ਨੂੰ ਲੋੜ ਨਹੀਂ ਹੁੰਦੀ। ਸਰੀਰ ਕਈ ਇਸ ਤਰ੍ਹਾਂ ਦੇ ਰਸਾਇਣਕ ਪੈਦਾ ਹੋ ਜਾਂਦੇ ਨੇ, ਤਾਂ ਉਹਨੂੰ ਬਾਹਰ ਕੱਢਣ ਵਾਸਤੇ ਉਦੋਂ ਵੀ ਸਾਨੂੰ ਭੋਜਨ ਦੀ ਲੋੜ ਪੈਂਦੀ, ਉਦੋਂ ਰੇਸ਼ੇ ਕੰਮ ਆਉਂਦੇ ਨੇ, ਫਾਈਬਰਸ ਕੰਮ ਆਉਂਦੇ ਨੇ, ਠੀਕ ਹੈ। ਜਿਹੜੇ ਵੇਸਟ ਸਾਡੇ ਸਰੀਰ ਦੇ ਵਿੱਚੋਂ ਬਾਹਰ ਨਿਕਲਦਾ, ਯੂਰਿਨ ਔਰ ਜਿਹੜਾ ਟੋਇਲਟ ਦੇ ਥਰੂ ਜਾਂਦਾ ਵਾਪਸ, ਉਹ ਚੀਜ਼ਾਂ ਵੀ ਸਾਰਾ ਕੁਝ ਕੌਣ ਕੰਟਰੋਲ ਕਰਦਾ ਹੈ? ਇਹ ਵੀ ਨਿਯੰਤਰਣ ਕੌਣ ਕਰਦਾ ਹੈ? ਭੋਜਨ ਹੀ ਨਿਯੰਤਰਣ ਕਰਦਾ ਹੈ, ਠੀਕ ਹੈ ਜੀ। ਇਹ ਆਪਣੇ ਹੈਗੇ ਸੀਗੇ ਪਹਿਲੇ ਪੁਆਇੰਟ ਦੇ 4 ਹਿੱਸੇ। ਹੁਣ ਅੱਗੇ ਦੂਸਰਾ ਪੁਆਇੰਟ ਹੈਗਾ ਸਮਾਜਿਕ ਐਵं सांस्कृतिक ਕਾਰਜ, ਔਰ ਤੀਸਰਾ ਹੈਗਾ ਮਨੋਵਿਗਿਆਨਿਕ ਕਾਰਜ। ਸਮਾਜਿਕ ਦਾ ਮਤਲਬ ਕੀ ਹੈ? ਦੇਖੋ ਸਮਾਜ ਦੇ ਵਿੱਚ ਅਸੀਂ ਦੇਖੋ ਜਦੋਂ ਅਸੀਂ ਇਕੱਠੇ ਬੈਠ ਕੇ ਘਰੇ ਭੋਜਨ ਖਾਂਦੇ ਆ, ਸਾਡਾ ਇੱਕ ਸਮਾਜਿਕ ਕੰਮ ਕਰਦਾ ਹੈ ਭੋਜਨ। ਸਮਾਜ ਦੇ ਤੌਰ ਤੇ ਜੋੜਨ ਦਾ ਕੰਮ ਕਰਦਾ ਹੈ ਕਿ ਇਕੱਠੇ ਬੈਠ ਕੇ ਭੋਜਨ ਖਾਣਾ ਜਾਂ ਲੰਗਰ ਛਕਣਾ, ਠੀਕ ਹੈ। ਅਲੱਗ-ਅਲੱਗ ਧਰਮਾਂ ਦੇ ਲੋਕ ਇਕੱਠੇ ਬੈਠ ਕੇ ਲੰਗਰ ਛਕਦੇ ਨੇ। सांस्कृतिक ਕਾਰਜ ਦੇ ਵਿੱਚ ਕੀ ਆ ਗਿਆ? ਜਿਵੇਂ ਅਸੀਂ ਕਲਚਰਲ ਐਕਟੀਵਿਟੀਜ਼ ਹੁੰਦੀਆਂ ਨੇ। ਕਲਚਰਲ ਦਾ ਮਤਲਬ ਹਰੇਕ ਪ੍ਰਦੇਸ਼ ਦਾ ਅਲੱਗ-ਅਲੱਗ ਕਲਚਰ ਹੈ। ਪੰਜਾਬ ਦਾ ਕਲਚਰ ਹੋਰ ਹੈ, ਪੰਜਾਬ ਦੇ ਵਿੱਚ ਅਸੀਂ ਮੱਕੀ ਦੇ ਸਰੋਂ ਦੇ ਸਾਗ ਦੀ ਗੱਲ ਕਰਦੇ ਹਾਂ, ਠੀਕ ਹੈ। ਸਾਊਥ ਦੇ ਵਿੱਚ ਚਲ ਜਾਈਏ, ਸਾਂਬਰ ਡੋਸੇ ਦੀ ਗੱਲ ਕਰਦੇ ਹਾਂ, ਇਡਲੀ ਡੋਸੇ ਦੀ ਗੱਲ ਕਰਦੇ ਹਾਂ। ਅਸੀਂ ਬੰਗਾਲ ਦੇ ਚਲ ਜਾਈਏ, ਉੱਥੇ ਮਛਲੀ ਦੀ ਗੱਲ ਕਰਦੇ ਹਾਂ। ਤਾਂ ਹਰੇਕ ਏਰੀਆ ਦੇ ਵਿੱਚ ਭੋਜਨ ਦੀ ਆਪਦੀ ਰਿਕੁਆਇਰਮੈਂਟ ਹੁੰਦੀ ਹੈ, ਲੋਕਾਂ ਦੀ ਆਪਦੀ ਰਿਕੁਆਇਰਮੈਂਟ ਹੁੰਦੀ ਹੈ। ਜਿਹੋ ਜਿਹਾ ਕਲਚਰ ਹੈਗਾ ਉਹੋ ਜਿਹਾ ਭੋਜਨ ਉਹ ਖਾਣਾ ਪਸੰਦ ਕਰਦੇ ਨੇ। ਤਾਂ ਭੋਜਨ ਸਾਡਾ ਕਿਹੜੀ ਲੋੜ ਪੂਰੀ ਕਰਦਾ ਇੱਥੇ? ਹਾਂ, ਟ੍ਰੈਡੀਸ਼ਨਲ ਫੂਡ ਸਾਡੀ ਇੱਥੇ ਕਿਹੜੀ ਲੋੜ ਪੂਰੀ ਕਰਦਾ ਪਿਆ? ਕਲਚਰਲ ਜਿਹੜੀ ਲੋੜ ਹੈਗੀ ਉਹਨੂੰ ਪੂਰਾ ਕਰਦਾ ਪਿਆ, ਜਾਂ ਸਮਾਜਿਕ ਲੋੜ ਨੂੰ ਪੂਰਾ ਕਰਦਾ ਪਿਆ, ਠੀਕ ਹੈ। ਹੁਣ ਉਸ ਤੋਂ ਅਗਲਾ ਹੈਗਾ ਮਨੋਵਿਗਿਆਨਿਕ ਕਾਰਜ। ਮਨੋਵਿਗਿਆਨਿਕ ਕੀ ਹੈਗਾ? ਦੇਖੋ ਹਰ ਇੱਕ ਦਾ ਆਪਦਾ ਟੇਸਟ ਹੁੰਦਾ, ਕਿਸੇ ਨੂੰ ਸਪਾਈਸੀ ਚੀਜ਼ ਪਸੰਦ ਹੈ, ਕਿਸੇ ਨੂੰ ਮਿੱਠੀ ਚੀਜ਼ ਪਸੰਦ ਹੁੰਦੀ ਹੈ, ਕਿਸੇ ਨੂੰ ਫਾਸਟ ਫੂਡ ਜ਼ਿਆਦਾ ਪਸੰਦ ਹੈ, ਕਿਸੇ ਨੂੰ ਘਰ ਦੀ ਚੀਜ਼ ਬਣਾਈ ਜ਼ਿਆਦਾ ਪਸੰਦ ਹੈ। ਤਾਂ ਉਹ ਕੀ ਹੈ? ਮਨੋਵਿਗਿਆਨਿਕ। ਕਿਸੇ ਚੀਜ਼ ਨੂੰ ਦੇਖੋ, ਜਦੋਂ ਜਿਹੜੀ ਪਸੰਦ ਦੀ ਚੀਜ਼ ਹੈ, ਜਦੋਂ ਅਸੀਂ ਉਹਨੂੰ ਖਾਣ ਵਾਸਤੇ ਅਸੀਂ ਉਹਦਾ ਨਾਮ ਵੀ ਲੈ ਦਈਏ, ਸਾਡੇ ਮੂੰਹ 'ਚ ਪਾਣੀ ਆ ਜਾਂਦਾ, ਅਸੀਂ ਉਹਨੂੰ ਕੰਟਰੋਲ ਨਹੀਂ ਕਰ ਪਾਉਂਦੇ। ਤਾਂ ਉਹ ਕੀ ਹੈਗਾ? ਮਨੋਵਿਗਿਆਨਿਕ, ਸਾਈਕੋਲੋਜੀਕਲ ਇਫੈਕਟ ਹੁੰਦਾ ਹੈ। ਉਹ ਵੀ ਉਹਨੂੰ ਕੌਣ ਪੂਰਾ ਕਰਦਾ? ਭੋਜਨ ਪੂਰਾ ਕਰਦਾ ਉਸ ਚੀਜ਼ ਨੂੰ, ਠੀਕ ਹੈ। ਸਾਈਕੋਲੋਜੀਕਲ ਨੀਡ ਜਿਹੜੀ ਭੁੱਖ ਕੀ ਹੈ? ਭੁੱਖ ਇੱਕ ਸਾਈਕੋਲੋਜੀਕਲ ਨੀਡ ਵੀ ਹੈ। ਕਈ ਵਾਰੀ ਕੀ ਹੁੰਦਾ ਕਿ ਸਾਨੂੰ ਭੁੱਖ ਭਾਵੇਂ ਨਾ ਲੱਗੀ ਹੋ, ਫਿਰ ਵੀ ਸਾਡਾ ਧਿਆਨ ਹੁੰਦਾ ਕਿਸੇ ਚੀਜ਼ ਨੂੰ ਖਾਣ ਦੇ ਵਿੱਚ, ਤਾਂ ਉਸ ਲੋੜ ਨੂੰ ਪੂਰਾ ਕਰਨ ਵਾਸਤੇ ਭੋਜਨ ਦੀ ਲੋੜ ਪੈਂਦੀ ਹੈ, ਠੀਕ ਹੈ ਜੀ। ਆਪਣਾ ਪਹਿਲਾ ਚੈਪਟਰ ਸੀਗਾ, ਪਹਿਲੇ ਚੈਪਟਰ ਦਾ ਪਹਿਲਾ ਪ੍ਰਸ਼ਨ। ਇਹ ਕਾਫੀ ਕੁਛ ਇਹਦੇ ਵਿੱਚ ਕੁਐਸਚਨ ਤੁਹਾਨੂੰ ਮਿਲ ਸਕਦੇ ਨੇ ਜਾਂ ਪੁਆਇੰਟ ਤੁਹਾਨੂੰ ਮਿਲ ਸਕਦੇ ਨੇ। ਦੁਬਾਰਾ ਫੇਰ ਇਹਨੂੰ ਤੁਸੀਂ ਸੁਣ ਲੈਣਾ ਹੈ ਔਰ ਰੀਡਿੰਗ ਵੀ ਕਰਨੀ ਹੈ, ਜੋ ਤੁਹਾਨੂੰ ਕਰਵਾਇਆ ਆਪਦੀ ਬੁੱਕ ਦੇ ਵਿੱਚੋਂ ਵੇਖੋ। ਪਹਿਲਾ ਕੰਮ ਹੋ ਗਿਆ ਸਰੀਰਕ ਕਿਰਿਆਤਮਕ ਕਾਰਜ ਹੈ, ਇਹਦੇ ਚ ਊਰਜਾ ਪ੍ਰਦਾਨ ਕਰਨਾ। ਫਿਰ ਆ ਗਿਆ ਸਰੀਰ ਨਿਰਮਾਣ ਕਾਰਜ ਹੈ। ਕੌਣ ਕਰਦਾ ਸਰੀਰ ਨਿਰਮਾਣ ਕਾਰਜ ਹੈ? ਨਿਰਮਾਣ ਦਾ ਕੰਮ ਕੌਣ ਕਰਦਾ? ਬੋਡੀ ਬਿਲਡਿੰਗ ਦਾ ਕੰਮ ਕੌਣ ਕਰਦਾ? ਫੂਡ ਦੇ ਵਿੱਚ ਕਿਹੜਾ ਪੋਸ਼ਕ ਤੱਤਵ? ਫੂਡ ਦੇ ਵਿੱਚ ਕਿਹੜਾ ਪੋਸ਼ਕ ਤੱਤਵ ਕਰਦਾ? ਕਿਹੜਾ ਨਿਊਟ੍ਰੀਐਂਟ? ਪ੍ਰੋਟੀਨ। ਹਾਂ, ਇੱਕ ਚੀਜ਼ ਇੱਥੇ ਵੀ ਆ ਜਾਓ, ਜਿਹੜਾ ਸੁਰੱਖਿਆ ਪ੍ਰਦਾਨ ਕਰਨਾ, ਰੋਗ ਨਿਰੋਧਕ ਸ਼ਮਤਾ, ਇਹਦੇ ਵਿੱਚ ਵੀ ਪ੍ਰੋਟੀਨ ਕੰਮ ਕਰਦੇ ਨੇ। ਰੋਗ ਨਿਰੋਧਕ ਸ਼ਮਤਾ ਜਿਹੜੀ ਹੁੰਦੀ ਆ ਉਹਦੇ ਵਿੱਚ ਹੀ ਮੇਨ ਤੌਰ ਤੇ ਪ੍ਰੋਟੀਨਸ, ਠੀਕ ਹੈ। ਪ੍ਰੋਟੀਨ, ਮਿਨਰਲਸ ਐਂਡ ਵਿਟਾਮਿਨਸ। ਨਿਯੰਤਰਣ ਕਰਨਾ, ਠੀਕ ਹੈ। ਨਿਯੰਤਰਣ ਕਿਵੇਂ ਕਰਦਾ? ਰੈਗੂਲੇਟ ਕਰਨਾ ਬੋਡੀ ਨੂੰ, ਉਹਦੇ ਕੰਮ ਕਰਦਾ ਹੈ। ਹਾਂ, ਅੱਗੇ ਸਮਾਜਿਕ ਔਰ सांस्कृतिक, ਔਰ ਲਾਸਟ ਹੈਗਾ ਮਨੋਵਿਗਿਆਨਿਕ, ਠੀਕ ਹੈ ਜੀ। ਇਹਨੂੰ ਤੁਸੀਂ ਇੱਕ ਵਾਰੀ ਰਿਪੀਟ ਕਰ ਲੈਣਾ। ਕੱਲ ਆਪਾਂ ਅਗਲੇ ਲੈਕਚਰ ਦੇ ਵਿੱਚ ਅਗਲੇ ਕੁਐਸਚਨ ਕਰਾਂਗੇ ਜਿਹੜੇ ਇੰਪੋਰਟੈਂਟ ਹੈਗੇ ਆ। ਹੁਣ ਤੋਂ ਤਿਆਰੀ ਕਰਨੀ ਸ਼ੁਰੂ ਕਰ ਦਿਓ। ਆਪਾਂ ਥਰਡ ਜਿਹੜੀ ਤੁਹਾਡੀ ਬੁੱਕ ਹੈਗੀ ਉਹਨੂੰ ਵੀ ਨਾਲ ਦੀ ਨਾਲ ਸਟਾਰਟ ਕਰ ਦੇਣਾ ਹੈ। ਹਾਂਜੀ ਬੋਲੋ ਜੀ, ਬੋਲੋ। ਹਾਂ, ਉਹ ਨਾਲ ਸਟਾਰਟ ਕਰ ਲਾਂਗੇ ਆਪਾਂ ਤੀਸਰੀ ਬੁੱਕ ਵੀ। ਓਕੇ ਜੀ।